ਔਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਣ ਕਰਕੇ ਚਰਨ ਪਵਿੱਤਰ ਹੋ ਜਾਂਦੇ ਹਨ। ਨਮਸਕਾਰ ਕੀਤਿਆਂ ਮਸਤਕ ਦੇ ਅੰਦਰ ਜੋ ਉਲਟੇ ਅੱਖਰ ਉਹ ਸਿੱਧੇ ਹੋ ਜਾਂਦੇ ਹਨ। ਸਾਧ ਸੰਗਤ ਦੀ ਗੁਰੂ ਕੇ ਲੰਗਰਾਂ ਦੁਆਰਾ ਮਹਾਰਾਜ ਦੇ ਤੱਪੜ ਝਾੜਨੇ, ਵਿਛਾਈ ਕਰਨੀ, ਝਾੜੂ ਮਾਰਨਾ, ਹੱਥ ਸਫਲੇ ਹੋ ਜਾਂਦੇ ਹਨ। ਦਰਸ਼ਨ ਕੀਤਿਆਂ ਨੇਤਰ ਸਫਲੇ ਹੋ ਜਾਂਦੇ ਹਨ। ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਇਹ ਰਸਨਾ ਜੀਵ ਵਾਹਿਗੁਰੂ ਦਾ ਸਿਮਰਨ ਕਰਕੇ ਗੁਰਬਾਣੀ ਵਿੱਚ ਬੋਲ ਕੇ ਸੁੱਚੀ ਹੋ ਜਾਂਦੀ ਹੈ। ਕੰਨ ਸਰਵਣ ਵਾਹਿਗੁਰੂ ਜੀ ਦੀ ਕਥਾ ਨੂੰ ਸੁਣ ਕੇ ਪਵਿੱਤਰ ਹੋ ਜਾਂਦੇ ਹਨ। ਮਾਨੋ ਪੂਰੇ ਸਰੀਰ ਆਪ ਜੀ ਦੇ ਇਸ ਸੱਚਖੰਡ ਦੇ ਵਿੱਚ ਬੈਠੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ, ਸੱਚਖੰਡ ਦਾ ਨਕਸ਼ਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਦਸਾਂ ਗੁਰੂ ਸਾਹਿਬਾਂ ਦੀ ਉਸਤਤ ਗੁਰੂ ਗ੍ਰੰਥ ਸਾਹਿਬ ਦੁਆਰਾ ਸਰਵਣ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਤੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਇੱਕ ਓੰਕਾਰ ਜੋ ਇੱਕੋ ਇੱਕ ਪਰਮੇਸ਼ਰ ਅਦਵੈਤ ਸਰੂਪ ਅਖੰਡ ਸਾਰਿਆਂ ਦਾ ਪ੍ਰਕਾਸ਼ਿਤ ਹੈ। ਸਤਨਾਮ ਨਾਸ ਤੋਂ ਰਹਿਤ ਹੈ ਤੇ ਉਹਦਾ ਨਾਮ ਪ੍ਰਸਿੱਧ ਹੈ। ਕਰਤਾ ਪੁਰਖ ਸ੍ਰਿਸ਼ਟੀ ਨੂੰ ਰਚਣ ਵਾਲਾ ਪੂਰਨ ਹੈ। ਨਿਰਭਉ ਨਿਰਵੈਰ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਕਾਲ ਤੋਂ ਰਹਿਤ ਸਰੂਪ ਹੈ। ਅਜੂਨੀ ਸੈਭੰ, ਜੂਨਾ ਤੋਂ ਰਹਿਤ ਹੈ। ਸੁਤੇ ਪ੍ਰਕਾਸ਼ ਸਰੂਪ ਹੈ। ਗੁਰ ਪ੍ਰਸਾਦ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ। ਅਗਿਆਨ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤੀ ਹੁੰਦੀ ਹੈ। ਜਪ ਬਾਣੀ ਦਾ ਨਾਮ ਹੈ। ਆਦ ਸੱਚ, ਸਾਰੇ ਜਗਤ ਦੇ ਆਦ ਵਿੱਚ ਵਾਹਿਗੁਰੂ ਸੱਚ ਸਰੂਪ ਸੀ। ਜੁਗਾਦ ਸੱਚ, ਜਦੋਂ ਸਤਯੁਗ ਤ੍ਰੇਤਾ ਦੁਆਪਰ ਆਦ ਯੁੱਗਾਂ ਦੀ ਮਰਿਆਦਾ ਥਾਪੀ, ਉਦੋਂ ਵੀ ਸੱਚ ਸਰੂਪ ਸੀ। ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਤਿਗੁਰ ਨਾਨਕ ਦੇਵ ਜੀ ਦਾ ਉਪਦੇਸ਼ ਹੈ, ਅੱਗੇ ਨੂੰ ਵੀ ਵਾਹਿਗੁਰੂ ਸੱਚ ਸਰੂਪ ਹੋਵੇਗਾ। ਅਕਾਲ ਪੁਰਖ ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਜੇ ਲੱਖਾਂ ਵਾਰ ਵੀ ਇਸ਼ਨਾਨ ਆਦਿਕ ਕਰੀਏ ਤਾਂ ਵੀ ਸਰੀਰ ਪਵਿੱਤਰ ਨਹੀਂ ਹੁੰਦਾ। ਅੱਖਾਂ ਵਿੱਚੋਂ ਮੈਲ ਆਉਂਦੀ ਹੈ ਅਤੇ ਨਾਸਾਂ ਵਿੱਚੋਂ ਮੈਲ ਨਿਕਲਦੀ ਹੈ। ਨਾਸਕਾ ਵਿੱਚੋਂ ਸਾਰੇ ਸਰੀਰ ਦੇ ਰੋਮਾਂ ਵਿੱਚੋਂ ਮੈਲ ਨਿਕਲਦੀ ਹੈ। ਜਲ ਧੋਵੇ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ। ਅਨਕ ਜਲਾ ਜੇ ਧੋਵੈ ਦੇਹੀ, ਮੈਲ ਨ ਉਤਰੈ ਸੁਧ ਨ ਤੇਹੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੇ ਲਾਏ ਰਹਾ ਲਿਵਤਾਰ, ਜੇ ਤੇਲ ਦੀ ਧਾਰ ਵਾਂਗ ਬਿਰਤੀ ਲਾਈ ਰੱਖੀਏ, ਫਿਰ ਵੀ ਬੋਲਣ ਦੀ ਚੁੱਪ ਨਹੀਂ ਹੋ ਸਕਦੀ।
ਕਦੇ ਨਾ ਕਦੇ ਬੋਲਿਆ ਹੀ ਜਾਂਦਾ ਹੈ। ਕਈ ਸੁੱਤੇ ਉੱਠ ਕੇ ਬੋਲ ਪੈਂਦੇ ਹਨ, ਕਈ ਸੁੱਤੇ ਪਿਆਂ ਬੜਾਉਂਦੇ ਹਨ, ਕਈਆਂ ਤੋਂ ਸਹਿਜ ਸੁਭਾਏ ਬੋਲਿਆ ਜਾਂਦਾ ਹੈ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਭੁੱਖਿਆਂ ਭੁੱਖ ਨ ਉਤਰੀ, ਭੁੱਖਿਆਂ ਆਦਮੀਆਂ ਦੀ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਭੁੱਖ ਕਿਸੇ ਪ੍ਰਕਾਰ ਵੀ ਨਹੀਂ ਉਤਰਦੀ। ਜੇ ਬੰਨਾ ਪੁਰੀਆ ਭਾਰ, ਬ੍ਰਹਮਪੁਰੀ ਵਿਸ਼ਨਪੁਰੀ ਆਦਿ ਦੇ ਪਦਾਰਥ ਬੰਨ ਕੇ ਦੇ ਦੇਈਏ ਤਾਂ ਵੀ ਭੁੱਖ ਨਹੀਂ ਲਹਿੰਦੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਰੇ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਸਹਿਸ ਖਟੈ ਲਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੇ। ਸਹਿ ਸਿਆਣਪਾਂ ਲੱਖ ਹੋਏ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਹੋਣ ਤਾਂ ਇੱਕ ਨਾ ਚੱਲੇ ਨਾਲ। ਮੌਤ ਦੇ ਨਾਲ ਕਿਸੇ ਦੀ ਇੱਕ ਵੀ ਸਿਆਣਪ ਚੱਲ ਨਹੀਂ ਸਕਦੀ। ਕਾਲ ਮੌਤ ਫੇਰ ਵੀ ਮਾਰ ਹੀ ਲੈਂਦਾ ਹੈ। ਕਿਵ ਸਚਿਆਰਾ ਹੋਈਐ, ਸੱਚੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ। ਕਿਵ ਕੂੜੇ ਟੁੱਟੇ ਪਾਲ, ਕਿਵ ਸਚਿਆਰਾ ਹੋਈਐ, ਕੂੜੇ ਟੁੱਟੇ ਪਾਲ, ਕੂੜ ਦੀ ਵੱਟ ਕਿਵੇਂ ਟੁੱਟੇ। ਹੁਕਮ ਰਜਾਈ ਚੱਲਣਾ, ਵਾਹਿਗੁਰੂ ਦੀ ਰਜਾ ਵਿੱਚ ਰਹਿਣਾ। ਨਾਨਕ ਲਿਖਿਆ ਨਾਲ, ਜੋ ਪਰਾਰਬਤ ਅਨੁਸਾਰ ਮਿਲਣਾ ਹੈ ਉਹ ਸਾਰਿਆਂ ਦੇ ਨਾਲ ਹੀ ਲਿਖਿਆ ਹੋਇਆ ਹੈ। ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਕਾਹੇ ਰੇ ਮਨ ਚਿੱਤ ਵੈ, ਉਦਮ ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤ ਉਪਾਏ, ਕਾਂ ਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਉਸ ਪਰਮੇਸ਼ਰ ਦੇ ਹੁਕਮ ਦਾ ਕਥਨ ਨਹੀਂ ਹੋ ਸਕਦਾ, ਅਕਥ ਹੈ। ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤਪਜ ਉਸ ਵਾਹਿਗੁਰੂ ਦੇ ਹੁਕਮ ਵਿੱਚ ਪੈਦਾ ਹੋਏ ਹਨ। ਕੋਟ ਵਿਸ਼ਨ ਕੀਨੋ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ। ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਹੁਕਮੀ ਹੋਵਨ ਜੀ, ਜਿੰਨੇ ਜੀਵ ਸੂਖਮ ਅਸਥੂਲ ਹਨ ਸਾਰੇ ਵਾਹਿਗੁਰੂ ਦੇ ਹੁਕਮ ਵਿੱਚ ਪ੍ਰਗਟ ਹੋਏ ਹਨ। ਹੁਕਮ ਮਿਲੇ ਵਡਿਆਈ, ਵਾਹਿਗੁਰੂ ਦੇ ਹੁਕਮ ਨਾਲ ਜੋ ਪਿਛਲੇ ਨਿਸ਼ਕਾਮ ਕਰਮ ਕੀਤੇ ਹਨ ਉਹਨਾਂ ਅਨੁਸਾਰ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪੂਰਬਲੇ ਪੁੰਨਾਂ ਦੇ ਪ੍ਰਤਾਪ ਕਰਕੇ ਵਡਿਆਈਆਂ ਮਿਲਦੀਆਂ ਹਨ। ਹੁਕਮੀ ਉੱਤਮ ਨੀਚ, ਵਾਹਿਗੁਰੂ ਦੇ ਹੁਕਮ ਵਿੱਚ ਹੀ ਉੱਤਮ ਨਿਸ਼ਕਾਮ ਕਰਮ ਕਰਨ ਵਾਲੇ ਜੀਵ ਹਨ ਤੇ ਨਖਿੱਧ ਮੰਦ ਕਰਮ ਕਰਨ ਵਾਲੇ ਵੀ ਹੁਕਮ ਵਿੱਚ ਹਨ। ਜਿਵੇਂ ਰਾਜੇ ਦੀ ਪਰਜਾ ਹੁੰਦੀ ਹੈ, ਭਾਵੇਂ ਵਜ਼ੀਰ ਹੋਵੇ, ਭਾਵੇਂ ਸ਼ਾਹੂਕਾਰ, ਭਾਵੇਂ ਭੰਗੀ, ਸਾਰੇ ਹੀ ਉਸ ਦੇ ਹੁਕਮ ਵਿੱਚ ਹੁੰਦੇ ਹਨ। ਹੁਕਮ ਲਿਖ ਦੁੱਖ ਸੁਖ ਪਾਈਐ, ਵਾਹਿਗੁਰੂ ਦੇ ਲਿਖੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਦੁੱਖ ਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਉੱਤਮ ਪੁਰਖਾਂ ਨੇ ਸੁਖ ਭੋਗਣਾ ਹੈ,
ਨੀਚ ਪੁਰਖਾਂ ਨੇ ਦੁੱਖ ਭੋਗਣਾ ਹੈ। ਇਹ ਸਭ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਨਾ ਨੂੰ ਵਾਹਿਗੁਰੂ ਦੇ ਹੁਕਮ ਵਿੱਚ ਹੀ ਬ੍ਰਹਮ ਵਿਦਿਆ ਦੀ ਨਾਮ ਦੀ ਬਖਸ਼ਿਸ਼ ਹੁੰਦੀ ਹੈ। ਇੱਕ ਹੁਕਮੀ ਸਦਾ ਭਵਾਈ ਹੈ, ਜੋ ਪਰਮੇਸ਼ਰ ਦੀ ਬਖਸ਼ਿਸ਼ ਤੋਂ ਖਾਲੀ ਹਨ, ਬਾਸ਼ਨਾ ਵਿੱਚ ਬੱਝੇ ਹੋਏ ਹਨ। ਉਹਨਾਂ ਨੂੰ ਵਾਹਿਗੁਰੂ ਦੇ ਹੁਕਮ ਵਿੱਚ ਹੀ 84 ਲੱਖ ਜੂਨਾਂ ਵਿੱਚ ਭਵਾਇਆ ਜਾਂਦਾ ਹੈ। ਜਨਮ ਮੌਤ, ਜਨਮ ਮੌਤ, ਕਦੇ ਕਿਸੇ ਜੂਨੀ ਵਿੱਚ, ਕਦੇ ਕਿਸੇ ਜੂਨੀ ਵਿੱਚ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਸਾਰਾ ਸੰਸਾਰ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੇ ਨ ਕੋਏ। ਜੋ ਵਾਹਿਗੁਰੂ ਦੇ ਹੁਕਮ ਨੂੰ ਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦੁਆਰਾ ਜਾਣ ਲੈਂਦੇ ਹਨ, ਉਹ ਹੰਕਾਰ ਤੇ ਮੇਰ ਤੋਂ ਛੁੱਟ ਜਾਂਦੇ ਹਨ। ਜੋ ਸਭ ਕੁਝ ਰਜਾ ਵਿੱਚ ਹੋ ਰਿਹਾ ਹੈ, ਉਸ ਨੂੰ ਮੰਨ ਲੈਂਦੇ ਹਨ। ਉਹ ਜੀਵਨ ਮੁਕਤ ਹੋ ਜਾਂਦੇ ਹਨ। ਹੁਕਮ ਮੰਨੇ ਤਾਂ ਹਰ ਮਿਲੇ, ਤਾਂ ਵਿੱਚੋਂ ਹਉਮੈ ਜਾਏ। ਜਿਨੀ ਪਛਾਤਾ ਹੁਕਮ, ਤਿਨ ਕਦੇ ਨਾ ਰੋਵਣਾ। ਜਿਨ੍ਹਾਂ ਨੇ ਸਭ ਕੁਝ ਹੁਕਮ ਵਿੱਚ ਸਮਝ ਲਿਆ ਹੈ, ਉਹ ਕਦੇ ਰੋਂਦੇ ਨਹੀਂ, ਸਦਾ ਪ੍ਰਸੰਨ ਰਹਿੰਦੇ ਹਨ। ਨੀਚ ਜਾਤ ਹਰ ਜਪਤਿਆਂ, ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁੱਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਉਸ ਵਾਹਿਗੁਰੂ ਦੇ ਬਲ ਨੂੰ ਕੌਣ ਗਾ ਸਕਦਾ ਹੈ? ਜਿਹੜਾ ਖਿਨਮੇ ਥਾਪ ਉਥਾਪਨ ਹਾਰਾ, ਭੱਜਨ ਗੜਨ ਸਮਰੱਥ। ਹਰਨ ਭਰਨ ਜਾ ਕਾ ਨੇਤਰ ਫੋਰ। ਜਿਹੜਾ ਅੱਖ ਦੇ ਖੋਲਣ ਤੇ ਮੀਚਣ ਵਿੱਚ ਸ੍ਰਿਸ਼ਟੀ ਨੂੰ ਰਚ ਲੈਂਦਾ ਹੈ ਤੇ ਪਰਲੋਂ ਕਰ ਲੈਂਦਾ ਹੈ। ਐਡੇ ਵੱਡੇ ਵਾਹਿਗੁਰੂ ਦੇ ਬਲ ਨੂੰ ਕੌਣ ਗਾ ਸਕਦਾ ਹੈ? ਕਿਸੇ ਵਿੱਚ ਵੀ ਸਮਰੱਥਾ ਨਹੀਂ ਹੈ। ਗਾਵੇ ਕੋ ਦਾਤ ਜਾਣੇ ਨੀਸਾਨ। ਵਾਹਿਗੁਰੂ ਜੀ ਦੀਆਂ ਜੋ ਦਾਤਾਂ ਦਿੱਤੀਆਂ ਹੋਈਆਂ ਹਨ, ਉਹ ਵੀ ਗਿਣੀਆਂ ਨਹੀਂ ਜਾ ਸਕਦੀਆਂ। ਕੌਣ ਹੈ ਉਹ ਪੁਰਖ ਜੋ ਵਾਹਿਗੁਰੂ ਦੀਆਂ ਦਾਤਾਂ ਨੂੰ ਗਾ ਸਕੇ? ਪਰਮੇਸ਼ਰ ਦੀਆਂ ਦਾਤਾਂ ਨੂੰ ਪ੍ਰਗਟ ਕਰਕੇ ਕੋਈ ਨਹੀਂ ਗਾ ਸਕਦਾ। ਵਾਹਿਗੁਰੂ ਦੀਆਂ ਦਾਤਾਂ ਬੇਅੰਤ ਹਨ। ਗਾਵੇ ਕੋ ਗੁਣ ਵਡਿਆਈਆਂ ਚਾਰ। ਵਾਹਿਗੁਰੂ ਦੇ ਗੁਣਾਂ ਨੂੰ ਕੌਣ ਗਾ ਸਕਦਾ ਹੈ? ਦੀਨ ਦਿਆਲ, ਕਿਰਪਾ ਨਿਧਾਨ, ਪਤਿਤ ਪਾਵਨ, ਭਗਤ ਵਛਲ ਆਦਿਕ। ਅਕਿਰਤ ਘਣਾ ਨੂੰ ਪਾਲਦਾ, ਪ੍ਰਭ ਨਾਨਕ ਸਦ ਬਖਸ਼ੰਦ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਵਾਹਿਗੁਰੂ ਦੀ ਵਿਦਿਆ ਦਾ ਕਥਨ ਕਰਨਾ ਬੜਾ ਕਠਿਨ ਹੈ। ਕੋਈ ਵੀ ਨਹੀਂ ਕਰ ਸਕਦਾ। ਸਿਰ ਦੇ ਲੇਖਾਂ ਦੀ ਕਠਿਨ ਵਿਦਿਆ ਨੂੰ ਕੌਣ ਹੈ ਜੋ ਵਿਚਾਰ ਕਰ ਸਕੇ? ਵਾਹਿਗੁਰੂ ਦੀ ਬੇਅੰਤ ਗਤੀ ਹੈ। ਗਾਵੇ ਕੋ ਸਾਜ ਕਰੇ ਤਨਖੇ। ਉਸ ਪਰਮੇਸ਼ਰ ਦੇ ਬਲ ਨੂੰ ਕੌਣ ਗਾ ਸਕਦਾ ਹੈ, ਜੋ ਸਰੀਰਾਂ ਨੂੰ ਰਚ ਕੇ ਖੇ ਸਵਾਰੂਪ ਕਰ ਦਿੰਦਾ ਹੈ। ਮਾਤਾ ਦੇ ਉਦਰ ਵਿੱਚ ਸਰੀਰ ਦੀ ਰੱਖਿਆ ਕਰਦਾ ਹੈ,
ਤੇ ਪਿਛਲੇ 100 ਜਨਮਾਂ ਦਾ ਉਦਰ ਵਿੱਚ ਗਿਆਨ ਹੁੰਦਾ ਹੈ। ਸਥੂਲ ਸਰੀਰ ਪੈਦਾ ਕਰਕੇ ਉਮਰ ਪੂਰੀ ਹੋਣ ਕਰਕੇ ਨਾਸ ਵੀ ਕਰ ਦਿੰਦਾ ਹੈ। ਗਾਵੇ ਕੋ ਜੀ ਲੈ ਫਿਰਦੇ, ਐ ਸਿੱਧੋ ਕੌਣ ਹੈ ਜੋ ਉਸ ਨੂੰ ਗਾ ਸਕਦਾ ਹੈ। ਜੀਵ ਇੰਨਾ ਸੂਖਮ ਹੈ, ਪੌਣ ਜਦੋਂ ਦੇਹ ਵਿੱਚੋਂ ਨਿਕਲਦੀ ਹੈ ਪਤਾ ਨਹੀਂ ਜੀਵ ਕਿੱਧਰ ਚਲਿਆ ਜਾਂਦਾ ਹੈ। ਪਰ ਪਰਮੇਸ਼ਰ ਦੀ ਸੱਤਾ ਦੇ ਆਸਰੇ 3.5 ਮਣ ਦੀ ਦੇਹ ਨੂੰ ਚੁੱਕੀ ਫਿਰਦਾ ਹੈ। ਜੀਵਾਂ ਨੂੰ ਪਰਾਰਬਤ ਅਨੁਸਾਰ ਦੇਹ ਮਿਲਦੀ ਹੈ ਤੇ ਪਰਾਰਬਤ ਅਨੁਸਾਰ ਹੀ ਪੂਰੀ ਹੋਣ ਤੇ ਫਿਰ ਵਾਹਿਗੁਰੂ ਦੇਹ ਲੈ ਲੈਂਦਾ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਉਸ ਵਾਹਿਗੁਰੂ ਦੇ ਬਲ ਨੂੰ ਕੌਣ ਗਾ ਸਕਦਾ ਹੈ ਜਿਹੜਾ ਜਾਣਨ ਤੋਂ ਵੀ ਦੂਰ ਹੈ, ਦਿਸਣ ਤੋਂ ਵੀ ਦੂਰ ਹੈ। ਉਸ ਦੇ ਸਰੂਪ ਦੀ ਸਮਝ ਨਹੀਂ ਪੈਂਦੀ। ਪਰਮੇਸ਼ਰ ਦੀ ਕਿਰਪਾ ਨਾਲ ਦੂਰ ਤੱਕ ਆਪਾਂ ਦੇਖ ਸਕਦੇ ਹਾਂ ਤੇ ਹਿਰਦੇ ਅੰਦਰ ਦੁੱਖ ਸੁੱਖ ਮਹਿਸੂਸ ਕਰਦੇ ਹਾਂ। ਗਾਵੇ ਕੋ ਵੇਖੇ ਹਾਦਰਾ ਹਦੂਰ, ਪਰਮੇਸ਼ਰ ਦੇ ਬਲ ਨੂੰ ਕੌਣ ਗਾ ਸਕਦਾ ਹੈ ਜਿਹੜਾ ਨੇੜੇ ਤੋਂ ਨੇੜੇ ਹੈ ਅਤੇ ਸਾਰਿਆਂ ਦੇ ਤਾਈਂ ਆਪ ਹੀ ਦੇਖ ਰਿਹਾ ਹੈ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ, ਸਭ ਕਿਛ ਸੁਣਦਾ ਵੇਖਦਾ ਕਿਉ ਮੁੱਕਰ ਪਿਆ ਜਾਏ। ਵਾਹਿਗੁਰੂ ਅੰਤਰਜਾਮੀ ਹੈ, ਕਥਨਾ ਕਥੀ ਨ ਆਵੇ ਟੋਟ। ਵਾਹਿਗੁਰੂ ਦੀ ਕਥਾ ਕਿਸੇ ਪਾਸੋਂ ਕਥਨ ਨਹੀਂ ਹੋ ਸਕਦੀ। ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਜੀਵਾਂ ਨੇ ਕਰੋੜਾਂ ਹੀ ਜੁਗਤੀਆਂ ਨਾਲ ਕਰੋੜਾਂ ਵਾਰ ਵਾਹਿਗੁਰੂ ਨੂੰ ਕਥਿਆ, ਪਰ ਫੇਰ ਵੀ ਅੰਤ ਨਹੀਂ ਪਾ ਸਕੇ। ਦੇਦਾ ਦੇ ਲੈਂਦੇ ਥੱਕ ਪਾਏ, ਵਾਹਿਗੁਰੂ ਸਾਰੇ ਜੀਵਾਂ ਤਾਈਂ ਰੋਜੀ ਦੀ ਦਾਤ ਦਿੰਦਾ ਏ। ਲੈਣ ਵਾਲੇ ਜੀਵ ਥੱਕ ਜਾਂਦੇ ਹਨ, ਮਰ ਮੁੱਕ ਜਾਂਦੇ ਹਨ। ਖਾਂਦਿਆਂ ਖਾਂਦਿਆਂ ਮੂੰਹ ਘੁੱਠਾ, ਪਹਿਨਦਿਆਂ ਸਭ ਅੰਗ। ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨ ਲੱਗੋ ਰੰਗ। ਜੁਗਾ ਜੁਗੰਤਰ ਖਾਹੀ ਖਾਏ, ਜੁਗਾਂ ਜੁਗਾਂ ਦੇ ਅੰਦਰ ਉਸ ਦੇ ਦਿੱਤੇ ਪਦਾਰਥਾਂ ਨੂੰ ਜੀਵ ਖਾਂਦੇ ਚਲੇ ਆਉਂਦੇ ਹਨ। ਪਦਾਰਥ ਨਾਨਕ ਵਿਗਸੈ ਵੇ ਪਰਵਾਹ, ਪਦਾਰਥ ਸਰੀਰਾਂ ਦਾ ਹੀ ਭੋਗ ਪਾਈ ਜਾਂਦੇ ਹਨ। ਸਾਚਾ ਸਹਿਬ ਸਾਚ ਨਾਏ, ਭਾਖਿਆ ਭਉ ਅਪਾਰ। ਵਾਹਿਗੁਰੂ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਕਦੇ ਨਾਸ ਨਹੀਂ ਹੁੰਦਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਾਇਮ ਦਾਇਮ ਸਦਾ ਪਾਤ ਸਾਹੀ, ਪਰਮੇਸ਼ਰ ਦਾ ਨਾਮ ਵੀ ਸੱਚਾ ਹੈ। ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ, ਨਾਮ ਰਤੇ ਪਾਤਸ਼ਾਹ। ਸਤਿਗੁਰ ਸੱਚਾ ਪਾਤਸ਼ਾਹੋ, ਗੁਰਮੁਖ ਗਾਡੀ ਰਾਹ ਚਲਾਇਆ। ਭਾਖਿਆ ਭਉ ਅਪਾਰ। ਵਾਹਿਗੁਰੂ ਦੀਆਂ ਬੇਅੰਤ ਪ੍ਰਕਾਰ ਦੀਆਂ ਬੋਲੀਆਂ ਹਨ। ਜਿਤਨੇ ਸ੍ਰਿਸ਼ਟੀ ਦੇ ਜੀਵ ਆਪੋ ਆਪਣੇ ਮੁਖ ਤੋਂ ਵੱਖੋ ਵੱਖਰੀਆਂ ਬੋਲੀਆਂ ਬੋਲਦੇ ਹਨ। ਗੁਰਮੁਖੀ, ਹਿੰਦੀ, ਅੰਗਰੇਜ਼ੀ, ਫਾਰਸੀ, ਉਰਦੂ, ਸਪੈਨਿਸ਼, ਅਰਬੀ, ਇਹ ਸਭ ਵਾਹਿਗੁਰੂ ਦੀਆਂ ਹੀ ਬੋਲੀਆਂ ਹਨ। ਭਾਖਿਆ ਭਉ ਅਪਾਰ।
ਜਿਸਨੇ ਪ੍ਰੇਮ ਸਹਿਤ ਵਾਹਿਗੁਰੂ ਦਾ ਜਾਪ ਕੀਤਾ ਹੈ, ਉਚਾਰਨ ਕੀਤਾ ਹੈ, ਵਾਹਿਗੁਰੂ ਦਾ ਉਸੇ ਬੋਲੀ ਨਾਲ ਪ੍ਰੇਮ ਹੈ। ਆਖੇ ਮੰਗੇ ਦੇਹ ਦੇ, ਉਸ ਪਰਮੇਸ਼ਰ ਦੇ ਪਾਸੋਂ ਆਖ ਕੇ ਮੰਗਣ ਵਾਲੇ ਵੀ ਕਿਤਨੇ ਹੀ ਦੇਵਤੇ ਹਨ ਤੇ ਮਨੁੱਖ ਹਨ। ਕਈ ਮੰਗਦੇ ਹਨ ਕਿ ਅਸੀਂ ਪੁੰਨ ਦਾਨ ਕਰੀਏ, ਚੰਗੇ ਜੀਵਨ ਵਾਲੇ ਬਣੀਏ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਭ ਜਾਚਕ ਤੂੰ ਏਕੋ ਦਾਤਾ, ਮੰਗੇ ਹਾਥ ਪਸਾਰੀ। ਦਾਤ ਕਰੇ ਦਾਤਾਰ, ਮੰਗ ਅਨੁਸਾਰ ਹੀ ਵਾਹਿਗੁਰੂ। ਬ੍ਰਹਮ ਵਿਦਿਆ, ਬ੍ਰਹਮ ਗਿਆਨ, ਮੁਕਤੀ, ਚਾਰ ਪਦਾਰਥ ਆਦਿ ਦੀ ਦਾਤ ਨੂੰ ਦੇਂਦਾ ਏ। ਫੇਰ ਕੇ ਅੱਗੇ ਰੱਖੀਏ ਜਿਤ ਦੀਸੈ ਦਰਬਾਰ। ਸਾਧ ਸੰਗਤ ਦੇ ਦਰਸ਼ਨਾਂ ਦੀ ਕਿਹੜੀ ਭੇਟਾ ਰੱਖੀਏ। ਮੂੰਹੋਂ ਕੇ ਬੋਲਣ ਬੋਲੀਏ ਤੇ ਮੂੰਹੋਂ ਕਿਹੜੇ ਬੋਲ ਬੋਲੀਏ। ਜਿਤ ਸੁਣ ਧਰੇ ਪਿਆਰ, ਜਿਨ੍ਹਾਂ ਨੂੰ ਸੁਣ ਕੇ ਵਾਹਿਗੁਰੂ ਪਰਮੇਸ਼ਰ ਸਾਡੇ ਨਾਲ ਪਿਆਰ ਕਰੇ। ਅੰਮ੍ਰਿਤ ਵੇਲਾ ਸੱਚ ਨਾਉ, ਸਵਾ ਪਹਿਰ ਦੇ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੁਰਲਾ ਇਸ਼ਨਾਨ ਕਰਕੇ ਵਾਹਿਗੁਰੂ ਦਾ ਜਾਪ ਕਰੀਏ। ਮੂਲ ਮੰਤਰ ਸਾਹਿਬ ਦਾ ਜਾਪ, ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਾਪ, ਨਿਤਨੇਮ ਦਾ ਜਾਪ, ਇਹ ਵਾਹਿਗੁਰੂ ਦੇ ਚਰਨਾਂ ਵਿੱਚ ਅਸਲੀ ਭੇਟਾ ਹੈ। ਸੱਚਖੰਡ ਦਰਗਾਹ ਵਿੱਚ ਲਿਜਾਣ ਵਾਸਤੇ ਚਲਾਂਗੇ ਉਠ ਨਾਮ ਜਪ, ਨਿਸਬਾਸਰ ਆਰਾਧ। ਕਾਰਾ ਤੁਝੇ ਨ ਵਿਆਪਈ, ਨਾਨਕ ਮਿਟੇ ਉਪਾਦ। ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਚੌਥੇ ਪਹਿਰ ਸੁਬਾ ਕੈ, ਸੁਰਤਿਆਂ ਉਪਜੈ ਚਾਓ। ਤਿਨਾਂ ਦਰਿਆਵਾਂ ਸਿਉ ਦੋਸਤੀ, ਮਨਮੁਖ ਸੱਚਾ ਨਾਉ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਭਾਈ ਗੁਰਦਾਸ ਜੀ ਕਹਿੰਦੇ ਹਨ, ਕੁਰਬਾਨੀ ਤਿੰਨਾਂ ਗੁਰਸਿੱਖਾਂ, ਪਿਛਲ ਰਾਤੀ ਉਠ ਬਹੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰ ਨਵੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਸਾਧ ਸੰਗਤ ਚਲ ਜਾਏ ਜੁੜੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿਤ ਗਾਏ ਸੁਣੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਮਨ ਮੇਲੀ ਕਰ ਮੇਲ ਮਲੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰੰਦੇ। ਮਨੁੱਖਾ ਜਨਮ ਵੀ ਅੰਮ੍ਰਿਤ ਵੇਲੇ ਦਾ ਰੂਪ ਹੈ। 84 ਲੱਖ ਜੂਨਾਂ ਮਗਰੋਂ ਮਨੁੱਖ ਦੇਹ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਨੁੱਖ ਦੇਹ ਰੁਇਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਜਵਾਨੀ ਤੇ ਸਤ ਸੰਗ ਵੀ ਅੰਮ੍ਰਿਤ ਵੇਲੇ ਦਾ ਰੂਪ ਹੈ। ਬਚਪਨ ਵੀ ਅੰਮ੍ਰਿਤ ਵੇਲਾ ਹੈ। ਧਰੂ ਤੇ ਪ੍ਰਹਿਲਾਦ ਨੇ ਇਸ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਸੀ। ਬਿਰਧ ਅਵਸਥਾ ਵੀ ਅੰਮ੍ਰਿਤ ਵੇਲੇ ਦਾ ਰੂਪ ਹੈ, ਕਿਉਂਕਿ ਦੁਨਿਆਵੀ ਕਾਰ ਵਿਹਾਰ ਇਹ ਸਭ ਕਰ ਚੁੱਕਾ ਹੁੰਦਾ ਹੈ ਅਤੇ ਮੌਤ ਨੇੜੇ ਦਿਸਦੀ ਹੈ। ਸਤਿਗੁਰੂ ਦੀ ਸ਼ਰਨ ਆਉਣ ਦਾ ਸਮਾਂ ਵੀ ਅੰਮ੍ਰਿਤ ਵੇਲਾ ਹੈ। ਕਰਮੀ ਆਵੇ ਕੱਪੜਾ,
ਸ਼ਕਾਮ ਨਿਸ਼ਕਾਮ ਕਰਮਾਂ ਦੇ ਕਰਨ ਕਰਕੇ ਦੇਹ ਰੂਪੀ ਕੱਪੜਾ ਹੀ ਬਾਰ-ਬਾਰ ਆ ਕੇ ਪ੍ਰਾਪਤ ਹੋ ਸਕਦਾ ਹੈ। ਭਾਵ ਬਾਸ਼ਨਾ ਅਨੁਸਾਰ ਇਹ ਦੇਹ ਹੀ ਪ੍ਰਾਪਤ ਹੁੰਦੀ ਰਹੇਗੀ। ਨਦਰੀ ਮੋਖ ਦੁਆਰ, ਵਾਹਿਗੁਰੂ ਦੇ ਗਿਆਨ ਦੁਆਰਾ ਮੁਕਤੀ ਪ੍ਰਾਪਤ ਹੁੰਦੀ ਹੈ। ਨਾਨਕ ਏਵੈ ਜਾਣੀਏ, ਇਸ ਪ੍ਰਕਾਰ ਜਾਣ ਲਈਦਾ ਹੈ ਸਭ ਆਪੇ ਸਚਿਆਰ। ਸਾਰਿਆਂ ਅੰਦਰ ਆਪ ਹੀ ਸੱਚਾ ਸਰੂਪ ਹੈ, ਇਉਂ ਜਾਣ ਕੇ ਗੁਰਸਿੱਖ ਨਿਹਾਲ ਹੋ ਜਾਂਦੇ ਹਨ। ਥਾਪਿਆ ਨਾ ਜਾਏ, ਵਾਹਿਗੁਰੂ ਕਿਸੇ ਦਾ ਥਾਪਿਆ ਹੋਇਆ ਨਹੀਂ। ਕੀਤਾ ਨਾ ਹੋਏ, ਕਿਸੇ ਦਾ ਪੈਦਾ ਕੀਤਾ ਨਹੀਂ ਹੈ। ਨਾ ਤਿਸ ਬਾਪ ਨ ਮਾਏ, ਕਿਨ ਤੂੰ ਜਾਇਆ। ਅਕਾਲ ਪੁਰਖ ਸੁਤੰਤਰ ਹੈ, ਆਪੇ ਆਪ ਨਿਰੰਜਨ ਸੋਏ। ਮਾਇਆ ਮਲ ਤੋਂ ਰਹਿਤ ਉਹ ਆਪੇ ਹੀ ਸਾਰੇ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਵਾਹਿਗੁਰੂ ਦਾ ਸੇਵਨ ਭਜਨ ਕੀਤਾ ਹੈ, ਉਹਨਾਂ ਨੇ ਸਤਕਾਰ ਮਾਣ ਪ੍ਰਾਪਤ ਕੀਤਾ ਹੈ। ਪਹਿਰ ਸਿਰ ਪਾਉ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨ ਕੋਏ। ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੈ ਵਸਿਆ ਭਗਵਾਨ। ਜਨ ਨਾਨਕ ਤਿਸਕੇ ਚਰਨ ਪਖਾਲੇ, ਜੋ ਹਰ ਜਨ ਨੀਚ ਜਾਤ ਸੇਵ ਕਾਣ। ਨਾਨਕ ਗਾਵੀਐ ਗੁਣੀ ਨਿਧਾਨ, ਵਾਹਿਗੁਰੂ ਦੇ ਗੁਣਾਂ ਨੂੰ ਗਾਵੋ। ਉਹ ਸਾਰਿਆਂ ਗੁਣਾਂ ਦਾ ਖਜ਼ਾਨਾ ਰੂਪ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਉ, ਪ੍ਰੇਮ ਪਿਆਰ ਨਾਲ ਗਾਈਏ ਤੇ ਮਨ ਵਿੱਚ ਭਾਵਨਾ ਰੱਖ ਕੇ ਸੁਣੀਏ। ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਦੁਖ ਪਰ ਹਰ ਸੁਖ ਘਰ ਲੈ ਜਾਏ, ਜਨਮ ਮਰਨ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਸੁਖ ਨੂੰ ਲੈ ਕੇ ਪਰਲੋਕ ਰੂਪੀ ਘਰ ਵਿੱਚ ਜਾਈਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰਮੁਖ ਜਾਂ ਤਾਂ ਕੀਰਤਨ ਕਰਦਾ ਹੈ, ਜਾਂ ਗੁਰਬਾਣੀ ਪੜ੍ਹਦਾ ਹੈ, ਜਾਂ ਸਿਮਰਨ ਵਿੱਚ ਸਮਾਇਆ ਰਹਿੰਦਾ ਹੈ। ਗੁਰ ਈਸਰ ਗੁਰੂ ਜੀ ਸ਼ਿਵ ਜੀ ਦੀ ਨਿਆਈ ਹਨ। ਜਿਵੇਂ ਸ਼ਿਵ ਜੀ ਸ੍ਰਿਸ਼ਟੀ ਦਾ ਸੰਘਾਰ ਕਰਦਾ ਹੈ, ਸਤਿਗੁਰੂ ਜੀ ਸਿੱਖਾਂ ਦੇ ਵਿਕਾਰਾਂ ਦਾ ਸੰਘਾਰ ਕਰਦੇ ਹਨ। ਗੁਰ ਗੋਰਖ ਗੁਰੂ ਜੀ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਵਿਸ਼ਨੂੰ ਦੀ ਨਿਆਈ ਹਨ। ਵਿਸ਼ਨੂੰ ਸ੍ਰਿਸ਼ਟੀ ਦੀ ਪਾਲਣਾ ਕਰਦੇ ਹਨ। ਗੁਰੂ ਜੀ ਸਿੱਖਾਂ ਦੇ ਹਿਰਦੇ ਅੰਦਰ ਗਿਆਨ ਅਤੇ ਸਤ ਸੰਤੋਖ ਆਦਿ ਸ਼ੁਭ ਗੁਣਾਂ ਦੀ ਪਾਲਣਾ ਕਰਦੇ ਹਨ। ਗੁਰ ਬ੍ਰਹਮਾ ਗੁਰੂ ਜੀ ਬ੍ਰਹਮਾ ਦੀ ਨਿਆਈ ਹਨ। ਬ੍ਰਹਮਾ ਦੀ ਸ੍ਰਿਸ਼ਟੀ ਪੈਦਾ ਕਰਦੇ ਹਨ। ਗੁਰੂ ਜੀ ਇਸੇ ਤਰ੍ਹਾਂ ਸ਼ੁਭ ਗੁਣ ਸਿੱਖਾਂ ਦੇ ਅੰਦਰ ਪੈਦਾ ਕਰਦੇ ਹਨ। ਗੁਰ ਪਾਰਬਤੀ ਮਾਈ ਗੁਰੂ ਸਾਹਿਬ ਜੀ ਪਾਰਬਤੀ ਦੀ ਨਿਆਈ ਰੂਪ ਹਨ। ਪਾਰਬਤੀ ਦਾ ਨਿਸ਼ਚਾ ਪੱਕਾ ਅਡੋਲ ਸੀ। ਪਾਰਬਤੀ ਨੇ ਕਿਹਾ ਸੀ ਕਿ ਮੈਂ ਸ਼ਿਵ ਜੀ ਨਾਲ ਹੀ ਸੰਜੋਗ ਕਰਾਂਗੀ, ਨਹੀਂ ਤਾਂ ਕੁਵਾਰੀ ਰਹਾਂਗੀ। ਇਉਂ ਵਾਹਿਗੁਰੂ ਜੀ ਗੁਰਸਿੱਖਾਂ ਤੋਂ ਨਿਸ਼ਚਾ ਕਰਵਾ ਲੈਂਦੇ ਹਨ। ਜੇ ਮੰਨਣਾ ਹੈ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ, ਦਸਾਂ ਪਾਤਸ਼ਾਹੀਆਂ ਦੀ ਗੁਰਮਤਿ ਦੇ ਵਿੱਚ ਰਹਿਣਾ ਹੈ। 20 ਵਿਸਵੇ ਗੁਰ ਕਾ ਮਨ ਮਾਨੈ,
सो सेवक परमेश्वर की गत जाने। माई भाव माया लक्ष्मी पदार्थां दी दाती है। सतगुरु जी धर्म अर्थ काम मोख ज्ञान पदार्थ नाम पदार्थ आदिक गुरसिੱਖਾਂ ਨੂੰ ਬਖਸ਼ਿਸ਼ ਕਰਦੇ ਹਨ। ਇਉਂ ਲక్ష్ਮੀ ਦੀ ਨਿਆਈ ਹਨ। ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰ ਪਾਸ। ਜੋ ਮੰਗੈ ਠਾਕਰ ਆਪਣੇ ਤੇ सोई सोई देवै। नानक दास मुख ते जो बोले इहां उहां सच होवै। जे हों जाना आखा नाही उस वाहिगुरु दा रूप रंग कहा नहीं जा सकदा। रूप न रेख न रंग किश त्रै गुण ते प्रभ भिन्न। गुरा एक दे बुझाई। गुरु जी ने एक सिक्ख्या समझा दिती है। सबना जीवां का एक दाता। सारियां जीवां दा इक्को परमेश्वर वाहिगुरु दाता है। सो मैं विसर न जाई। वाहिगुरु जी सानू कदे भुल ना जायो। असीं आप जी दी सिफत सलाह करते रहिए। तीर्थ नावा जे तिस भावां विण भाणे के नाए करी। तीर्थां ते इशनान दा फल तां ही प्राप्त हो सकदा है जे वाहिगुरु दी रजा भाणे विच रहिए। शरदा होवे परमेश्वर दा भाणा मन्ने। भाणा मन्नण तो बगैर कुछ भी प्राप्त नहीं हुंदा। अंतर मैल जे तीर्थ नहावे तिस बैकुंठ न जाना। नहावन चले तीर्थी मन खोटे तन चोर। एक भौ लथी नहातियां दो भौ चढ़िए होर। दो भा चढ़िए होर। शरदा तो बिना तीर्थां ते इशनान करन दा फल नहीं थोड़ा है। जेती सिरठ उपाई वेखां। जितनी सृष्टि पैदा कीती होई वेखदे हां। गुरु जी कहंदे हन विण कर्मां के मिले लई। बिना भागां तो किसे नूं की मिलिया है? कुछ भी नहीं। मत विच रतन जवाहर माणक। बुद्धि विच रत्ना जवाहरातां ਅਤੇ ਮੋਤੀਆਂ ਦਾ ਗਿਆਨ ਹੁੰਦਾ ਹੈ। ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਸਤਿਗੁਰੂ ਸਾਹਿਬ ਜੀ ਦੀ ਇੱਕ ਸਿੱਖਿਆ ਸੁਣ ਲਵੇ ਤਾਂ ਹੀ ਬੁੱਧੀ ਵਿੱਚੋਂ ਇਹ ਸਾਰੇ ਗੁਣ ਪ੍ਰਾਪਤ ਹੁੰਦੇ ਹਨ। ਗੁਰਾਂ ਦੀ ਸਿੱਖਿਆ ਸੁਣਨ ਧਾਰਨ ਤੋਂ ਇਹ ਗੁਣ ਪ੍ਰਾਪਤ ਹੋ ਜਾਂਦੇ ਹਨ। गुरा एक दे बुझाई। गुरु जी ने एक सिक्ख्या समझा दिती है। सारियां जीवां दा एक अद्वैत स्वरूप वाहिगुरु ही दाता है। सबना जियां का एक दाता सो मैं विसर न जाई। ओ मैनू कदे भुले ना। जे जुग चारे आरजा होर दसूणी होए। योगा अभ्यास करके उम्र 4 युग या होर 10 गुणा वध भी हो जावे। 4 युगां दी आयु 43,20,000 साल है। इहनूं जरब दस दो ऐनी हो जावे। पर भौ भगती भजन तो बगैर बिन सिमरन कोट बरख जीवै। सगली औद बिरथा नद। सिमरन तो बिना लम्मी उम्र बेअर्थ है।
ਉਮਰ ਉਹੀ ਵਿੱਚ ਲੇਖੇ ਦੇ, ਜਿਹੜੀ ਯਾਦ ਸਾਈਂ ਵਿੱਚ ਗੁਜ਼ਰੇ। ਸਗੋਂ ਦੁਖਦਾਇਕ ਹੁੰਦੀ ਹੈ, ਜਿਵੇਂ ਸੱਪ ਦੀ ਉਮਰ ਜਿਉਂ-ਜਿਉਂ ਵਧੇ ਤਿਉਂ-ਤਿਉਂ ਨਾਲ ਦੀ ਨਾਲ ਜ਼ਹਿਰ ਵੀ ਵੱਧਦੀ ਜਾਂਦੀ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਆਰ ਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਨਵਾਂ ਖੰਡਾਂ ਵਿੱਚ ਜਾਣੀਏ, 9 ਖੰਡਾਂ ਵਾਲਾ ਜੋ ਸਰੀਰ ਹੈ, ਇਸ ਵਿੱਚ ਵਾਹਿਗੁਰੂ ਜੀ ਜੋਤ ਨੂੰ ਪ੍ਰਗਟ ਕਰਨਾ ਹੈ। 9 ਖੰਡਾਂ ਦੀ ਨਿਆਈ ਇਸ ਦੀਆਂ 9 ਗੋਲਕਾਂ ਹਨ। 4 ਹਿੱਸੇ ਲੱਤਾਂ ਦੇ, 4 ਹਿੱਸੇ ਬਾਹਾਂ ਦੇ, ਇੱਕ ਵਿਚਕਾਰਲਾ ਧੜ ਹੈ। ਇਹਨਾਂ 9 ਖੰਡਾਂ ਵਾਲੀ ਦੇਹ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਵੇ। ਸਰਵਣ ਸਿਮਰਨ ਕੀਰਤਨ ਪਾਦ ਸੇਵਨ ਅਰਚਾਨ, ਦਾਸਾ ਸਖਾਪਨ ਬੱਧਨ ਸਰਵਨ ਵੇਦਨ ਜਾਨ। ਸਰਵਣ ਭਗਤੀ ਕਾਕ ਕਸੁੰਡਦੀ ਹੈ, ਵਾਹਿਗੁਰੂ ਜੀ ਦੇ ਨਾਮ ਨੂੰ ਸੁਣਦਾ ਰਹਿੰਦਾ ਹੈ। ਸਿਮਰਨ ਭਗਤੀ ਸੇਸ ਨਾਗ ਕਰਦਾ ਹੈ, ਹਰ ਰੋਜ਼ ਦਾ 2000 ਨਵਾਂ ਨਾਮ ਵਾਹਿਗੁਰੂ ਦਾ ਲੈਂਦਾ ਹੈ। ਕੀਰਤਨ ਭਗਤੀ ਨਾਰਦ ਤੰਬੂਰ ਆਦਿਕ ਕਰਦੇ ਹਨ। ਪਾਦ ਸੇਵਨ ਭਗਤੀ ਜਿਵੇਂ ਲక్ష్ਮੀ ਕਰਦੀ ਹੈ। ਪਾਸ ਬੈਠੀ ਬੀਬੀ ਕੰਵਲਾ ਦਾਸੀ। ਅਰਚਾਨ ਪੂਜਾ ਜਿਵੇਂ ਕੁਬਜਾ ਤੇ ਸੁਧਾਮੇ ਨੇ ਪੂਜਾ ਕੀਤੀ। ਦਾਸਾ ਭਗਤੀ ਜਿਵੇਂ ਹਨੂਮਾਨ ਨੇ ਕੀਤੀ। ਸਖਾਪਨ ਭਗਤੀ ਜਿਵੇਂ ਅਰਜਨ ਨੇ ਕੀਤੀ। ਬੰਦਨਾ ਜਿਵੇਂ ਪ੍ਰਿਥੂ ਰਾਜੇ ਨੇ ਕੀਤੀ। ਸਰਵ ਨਿਵੇਦਨ ਜਿਵੇਂ ਬਲ ਰਾਜੇ ਨੇ ਸਭ ਕੁਝ ਅਰਪਿਆ ਸੀ। ਕਹੋ ਕਬੀਰ ਭਗਤ ਕਰ ਪਾਇਆ, ਵਾਕ ਅਨਸਾਰ। 8 ਪਹਿਰੀ 8 ਖੰਡ, 9ਵਾਂ ਖੰਡ ਸਰੀਰ, ਤਿਸ ਵਿੱਚ 9 ਨਿਧ ਨਾਮ, ਏਕ ਭਾਲੇ ਗੁਣੀ ਗਹੀਰ, ਵਾਕ ਅਨਸਾਰ। ਨਾਲ ਚੱਲੇ ਸਭ ਕੋਏ, ਜਿੱਥੇ ਜਾਣਾ ਚਾਹੇ ਸਾਰੇ ਉੱਠ ਕੇ ਨਾਲ ਹੀ ਚੱਲ ਪੈਣ। ਐਨਾ ਵੱਧ ਪ੍ਰੇਮ ਹੋ ਜਾਵੇ, ਸਭ ਕੋਈ ਦਰਸ਼ਨਾਂ ਤੇ ਮੋਹਤ ਹੋ ਕੇ ਅਧੀਨ ਹੋ ਜਾਵੇ। ਚੰਗਾ ਨੌ ਰਖਾਇ ਕੈ, ਜੇ ਕੋ ਨੌ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੇ ਨਦਰੀ ਕੀੜਾ ਆਵੇ, ਜੇਤੇ ਚੁਗੇ ਦਾਣੇ। ਆਪਣਾ ਨਾਂ 20-25 ਅੱਖਰਾਂ ਵਾਲਾ ਲੰਬਾ ਭਾਵੇਂ ਰਖਾ ਲਵੇ। ਜਸ ਕੀਰਤ ਜਗ ਲੈ, ਜਗ ਵਿੱਚ ਵਡਿਆਈ ਵੀ ਲੈ ਲਵੇ। ਇੰਨਾ ਵੱਡਾ ਹੋ ਜਾਵੇ, ਜਸ ਮੂੰਹ ਤੇ ਸਿਫਤ ਹੋਣੀ, ਕੀਰਤ ਪਿੱਠ ਪਿੱਛੇ ਸਿਫਤ ਹੋਣੀ। ਬੰਦਾ ਪਾਸ ਨਾ ਹੋਵੇ, ਦੁਨੀਆ ਉਸ ਦੀ ਸਿਫਤ ਕਰੇ। ਪਰ ਮਹਾਰਾਜ ਕਹਿੰਦੇ, ਜੇ ਤਿਸ ਨਦਰ ਨਾ ਆਵਈ, ਐਡੀ ਤਾਕਤ ਵਾਲਾ ਵੀ ਬਣ ਜਾਵੇ, ਪਰ ਜੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੇਠ ਨਾ ਆਵੇ, ਭਾਵ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਨਾ ਬਣੇ, ਤਾਂ ਬਾਤ ਨਾ ਪੁੱਛੇ ਕੀ। ਤਾਂ ਇੱਕ ਦਿਨ ਐਸੀ ਹਾਲਤ ਹੁੰਦੀ ਹੈ, ਕੋਈ ਗੱਲ ਵੀ ਨਹੀਂ ਪੁੱਛਦਾ, ਕੋਈ ਬੁਲਾਉਂਦਾ ਵੀ ਨਹੀਂ। ਐਸੀ ਦੁਰਦਸ਼ਾ ਹੋ ਜਾਂਦੀ ਹੈ। ਕੀਟਾ ਅੰਦਰ ਕੀਟ ਕਰ, ਉਹ ਆਦਮੀ ਕੀੜਿਆਂ ਅੰਦਰ ਕੀੜਾ ਬਣਾਇਆ ਜਾਂਦਾ ਹੈ। ਦੋਸ਼ੀ ਦੋਸ਼ ਧਰੈ, ਐਸਾ ਦੋਸ਼ੀ ਕੁੱਤੇ ਦੇ ਸਿਰ ਦਾ ਕੀੜਾ ਬਣਾਇਆ ਜਾਂਦਾ ਹੈ।
ਕੁੱਤੇ ਦੇ ਸਰੀਰ ਵਿੱਚ ਕੀੜੇ ਹੋਣ ਉਹ ਚੱਟ ਕੇ ਆਰਾਮ ਕਰ ਲੈਂਦਾ ਹੈ, ਪਰ ਮੱਥੇ ਵਿੱਚ ਉਸ ਦੀ ਜੀਭ ਨਹੀਂ ਜਾਂਦੀ। ਨਾਨਕ ਨਿਰਗੁਣ ਗੁਣ ਕਰੇ। ਸਤਿਗੁਰੂ ਜੀ ਕਹਿੰਦੇ ਹਨ, ਮੇਰਾ ਵਾਹਿਗੁਰੂ ਕਿਰਪਾਲੂ ਹੈ। ਵਾਹਿਗੁਰੂ ਸਭ ਜੀਵਾਂ ਤੇ ਪਰ ਉਪਕਾਰ ਕਰਦਾ ਹੈ। ਜੋ ਪ੍ਰੇਮੀ ਨਿਮਰਤਾ ਸਹਿਤ ਮਿੱਠੇ ਬਚਨਾਂ ਨਾਲ ਬੇਨਤੀਆਂ ਅਰਦਾਸਾਂ ਕਰਦੇ ਹਨ, ਨਿਮਾਣੇ ਹੋ ਕੇ, ਵਾਹਿਗੁਰੂ ਜੀ ਉਹਨਾਂ ਤੇ ਮਿਹਰਾਂ ਕਰ ਦਿੰਦੇ ਹਨ। ਮੇਰੇ RAM ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ, ਕਿਰਪਾ ਬਖਸ਼ ਅਵਗੁਣ ਸਭ ਮੇਰੇ। ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ। ਗੁਰੂ ਸਾਹਿਬ ਜੀ ਨੇ ਕੌਡੇ ਰਾਖਸ਼, ਸੱਜਣ ਠੱਗ, ਵਲੀ ਕੰਧਾਰੀ ਆਦਿਕ ਤੇ ਵੀ ਪਰ ਉਪਕਾਰ ਕੀਤਾ। ਇਸ ਪ੍ਰਕਾਰ ਜਦੋਂ ਸੰਸਾਰ ਵਿੱਚ ਵਰਖਾ ਹੁੰਦੀ ਹੈ ਤਾਂ ਨੀਵੀਆਂ ਥਾਵਾਂ, ਤਲਾਵਾਂ ਅਤੇ ਉੱਚੀਆਂ ਟਿੱਬਿਆਂ ਤੇ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਨੀਵੀਆਂ ਥਾਵਾਂ ਵਾਂਗ ਜਿਹੜੇ ਨਿਮਰਤਾ ਵਾਲੇ ਹਨ, ਉਹਨਾਂ ਨੂੰ ਵਾਹਿਗੁਰੂ ਜੀ ਹੋਰ ਗੁਣ ਦੇ ਦਿੰਦੇ ਹਨ, ਅਤੇ ਟਿੱਬਿਆਂ ਦੀ ਨਿਆਈ ਵਲੀ ਕੰਧਾਰੀ ਵਰਗਿਆਂ ਤੇ ਵੀ ਗੁਰੂ ਜੀ ਪਰ ਉਪਕਾਰ ਕਰਦੇ ਹਨ। ਗੁਣਵੰਤਿਆਂ ਗੁਣ ਦੇ। ਸਰਦਾ ਤੇ ਜੋ ਗੁਣਾਂ ਵਾਲੇ ਹਨ, ਉਹਨਾਂ ਨੂੰ ਵਾਹਿਗੁਰੂ ਜੀ ਹੋਰ ਗੁਣ ਬਖਸ਼ਿਸ਼ ਕਰ ਦਿੰਦੇ ਹਨ। ਸਿਮਰਨ ਭਜਨ ਆਦਿਕ ਦੇ ਗੁਣ। ਤੇਹਾ ਕੋਇ ਨ ਸੂਝਈ, ਜੇ ਤਿਸ ਗੁਣ ਕੋਇ ਕਰੇ। ਸੰਸਾਰ ਵਿੱਚ ਇਹੋ ਜਿਹਾ ਹੋਰ ਕੋਈ ਨਹੀਂ ਦਿਸਦਾ ਜਿਹੜਾ ਉਪਕਾਰ ਕਰੇ। ਸੋ ਨਿਮਰਤਾ ਵਾਲੇ ਜੋ ਹਨ, ਉਹਨਾਂ ਤੇ ਵਾਹਿਗੁਰੂ ਜੀ ਪਰ ਉਪਕਾਰ ਕਰਦਾ ਹੈ। 5 ਗਿਆਨ ਇੰਦਰੇ ਹਨ, 5 ਕਰਮ ਇੰਦਰੇ ਹਨ, 5 ਸ਼ਬਦ ਸਪਰਸ ਰੂਪ ਰਸ ਆਦਿਕ, 4 ਅੰਤःਕਰਨ, 3 ਗੁਣ ਦੇ ਅਧਿਆਸ, 5 ਸੂਖਮ ਤੱਤ, 5 ਸਥੂਲ ਤੱਤ। ਸੁਣੀ ਐ ਸਿੱਧ ਪੀਰ ਸੁਰਨਾਥ, ਸੁਣੀ ਐ ਧਰ ਧਵਲ ਆਕਾਸ। ਅਕਾਲ ਪੁਰਖ ਦੇ ਨਾਮ ਨੂੰ ਸੁਣ ਕੇ ਹੀ ਸਿੱਧਾਂ ਪੀਰਾਂ ਤੇ ਸੁਰਨਾਥਾਂ ਦੀ ਪਦਵੀ ਮਿਲਦੀ ਹੈ। ਵਾਹਿਗੁਰੂ ਨੂੰ ਸੁਣਨ ਕਰਕੇ ਹੀ ਧਰਤੀ ਤੇ ਆਕਾਸ਼ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਬਿਨ ਥੰਮਾ ਗਗਨ ਰਹਾਇਆ। ਵਾਹਿਗੁਰੂ ਦੇ ਆਸਰੇ ਹੀ ਧਰਤੀ ਖੜੀ ਹੈ। 40% ਧਰਤੀ ਹੈ, 60% ਪਾਣੀ। ਜਿਨ੍ਹਾਂ ਨੇ ਨਾਮ ਦੀ ਮਹਿਮਾ ਸਰਵਣ ਕੀਤੀ ਹੈ, ਉਹਨਾਂ ਦੀ ਬੁੱਧੀ ਤੇ ਹਿਰਦਾ ਦੋਵੇਂ ਉਜਲ ਹੋ ਗਏ ਹਨ। ਵਾਹਿਗੁਰੂ ਦਾ ਨਾਮ ਸਰਵਣ ਕਰਕੇ ਸੋ ਤਨ ਨਿਰਮਲ, ਜਿਤ ਉਪਜੇ ਨਾ ਪਾਪ। ਤਨ ਤੇ ਮਨ ਨਿਰਮਲ ਹੋ ਜਾਂਦੇ ਹਨ, ਕਿਉਂਕਿ ਨਿਰਮਲ 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 ਤੇਰੀ ਬਾਣੀ। ਨਾਮ ਨੂੰ ਸਰਵਣ ਕਰਕੇ ਸੰਤਾਂ ਮਹਾਂਪੁਰਖਾਂ ਦਾ, ਜਿਨ੍ਹਾਂ ਨੂੰ ਸਾਰੇ ਨਾਮ ਹੀ ਸੁਣਦਾ ਹੈ, ਜੀਵਨ ਐਸਾ ਬਣ ਜਾਂਦਾ ਹੈ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਸ ਅਵਸਥਾ ਵਾਲਿਆਂ ਦਾ ਧਰਤੀ, ਆਕਾਸ਼, ਬ੍ਰਹਮ ਲੋਕ, ਸਵਰਗ ਲੋਕ, ਬੈਕੁੰਠ ਤੇ ਸੱਚਖੰਡ ਵਿੱਚ ਮੁਖ ਉਜਲ ਤੇ ਜਸ ਹੁੰਦਾ ਹੈ। ਸੁਣੀ ਐ ਦੀਪ ਲੋਹ ਪਾਤਾਲ। 7 ਦੀਪ, 14 ਲੋਕ, 7 ਪਤਾਲਾਂ ਦੇ ਵਸਣ ਵਾਲੇ ਲੋਕ ਵਾਹਿਗੁਰੂ ਦੇ ਨਾਮ ਨੂੰ ਸਰਵਣ ਦੀ
ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਸਰਵਣ ਕਰਦੇ ਹਨ। ਵਾਹਿਗੁਰੂ ਧਨ ਹੈ, ਬੇਅੰਤ ਹੈ, ਗੁਣ ਗਾਵੇ ਬਲ ਰਾਓ, ਸਪਤ ਪਤਾਲ ਬਸੰਤੋ, ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਸਿਮਰੈ, ਸਿਮਰੈ ਸਗਲ ਉਪਾਰ ਜਨਾ। ਸੁਣੀ ਐ ਦੀਪ ਲੋਹ ਪਾਤਾਲ, ਜਿਹੜਾ ਮਨ ਦੀਵੇ ਦੀ ਲਾਟ ਦੀ ਨਿਆਈ ਚੰਚਲ ਹੈ, ਜਿਵੇਂ ਦੀਵੇ ਦੀ ਲਾਟ ਬਿਨਾਂ ਹਵਾ ਤੇ ਹੀ ਹਿੱਲੀ ਜਾਂਦੀ ਆ। ਇਹ ਵਾਹਿਗੁਰੂ ਦੀ ਮਹਿਮਾ ਨੂੰ ਸੁਣ ਕੇ ਸ਼ਾਂਤ ਹੋ ਜਾਂਦਾ ਹੈ। ਜੋ ਨਿਮਰਤਾ ਵਾਲੇ ਹਿਰਦੇ ਹਨ, ਉਹਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਕੇ ਪ੍ਰਕਾਸ਼ ਹੋ ਜਾਂਦਾ ਹੈ। ਸੁਣੀ ਐ ਪੋਹ ਨਾ ਸਕੈ ਕਾਲ, ਨਾਮ ਨੂੰ ਸਰਵਣ ਕਰਕੇ ਮਰੇ ਹੋਏ ਵੀ ਜਿਉਂਦੇ ਹੋ ਜਾਂਦੇ ਹਨ। ਜਿਉਂਦਿਆਂ ਨੂੰ ਕਾਲ ਨੇ ਕੀ ਪਾਉਣਾ ਹੈ। ਜਿਵੇਂ ਬਾਬਾ ਅਟਲ ਰਾਏ ਜੀ ਨੇ ਮਰੇ ਹੋਏ ਮੋਹਣ ਸੁਨਿਆਰਿਆਂ ਦੇ ਲੜਕੇ ਨੂੰ ਜਿਉਂਦਾ ਕਰ ਦਿੱਤਾ ਸੀ। ਨਾਮ ਸੁਣੀਏ ਜਮ ਦੂਰੋਂ ਭਾਗੈ, ਨਾਮ ਸੁਣੀਏ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜਿਉ ਵੇ ਪਰਵਾਹਾ ਹੈ। ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ, ਅਣਾਹੋਣੈ ਧੂਣੈ ਛੁਟੇ ਨਿਕਟ ਨ ਜਾਈਏ ਦੂਤ। ਜੋ ਵਾਹਿਗੁਰੂ ਦੇ ਨਾਮ ਦਾ ਸਰਵਣ ਕਰਦੇ ਹਨ, ਉਹਨਾਂ ਨੂੰ ਕਾਲੇ ਕਰਮ ਪਾਪ ਵੀ ਪੋਹ ਨਹੀਂ ਸਕਦੇ। ਸਭ ਪਾਪ ਨਸ਼ਟ ਹੋ ਜਾਂਦੇ ਹਨ। ਤਿੱਥੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ, ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ। ਨਾਨਕ ਭਗਤਾਂ ਸਦਾ ਵਿਗਾਸ, ਸੁਣੀ ਐ ਦੁਖ ਪਾਪ ਕਾ ਨਾਸ। ਵਾਹਿਗੁਰੂ ਦੇ ਪਿਆਰੇ ਸਦਾ ਖੁਸ਼ ਰਹਿੰਦੇ ਹਨ, ਹਿਰਦਾ ਖਿੜਿਆ ਰਹਿੰਦਾ ਹੈ। ਵਾਹਿਗੁਰੂ ਦਾ ਨਾਮ ਸੁਣ ਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਨਾਮ ਜਪਤ ਕੋਟ ਸੂਰ ਉਜਾਰਾ, ਬਿਨ ਸੇ ਭਰਮ ਅੰਧੇਰਾ। ਕੋਟ ਸੂਰ ਨਾਨਕ ਪ੍ਰਗਾਸ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਸੁਣੀ ਐ ਈਸਰ ਬਰਮਾ ਇੰਦ, ਸੁਣੀ ਐ ਮੁਖ ਸਲਾਹਣ ਮੰਦ। ਅਕਾਲ ਪੁਰਖ ਦੀ ਮਹਿਮਾ ਸਰਵਣ ਕਰਨ ਨਾਲ ਮਹਾਤਮ ਸ਼ਿਵ ਜੀ ਦੀ ਸਮਾਧੀ 88,000 ਸਾਲ ਲੱਗੀ ਸੀ। ਜਦੋਂ 14 ਰਤਨ ਵੰਡੇ, ਸ਼ਿਵ ਜੀ ਨੂੰ ਜ਼ਹਿਰ ਦਿੱਤੀ। ਸ਼ਿਵ ਜੀ ਨੇ ਕੰਠ ਵਿੱਚ ਜ਼ਹਿਰ ਰੱਖ ਕੇ ਰਾਰਾ ਕਹਿ ਕੇ ਮੰਮਾ ਅੱਖਰ ਕਹਿ ਦਿੱਤਾ, ਰਾਰੇ ਨੂੰ ਕੰਨਾ ਕਹਿ ਕੇ। ਇਹ ਬਣ ਗਿਆ ਰਾਮ। ਇਸੇ ਕਰਕੇ ਸ਼ਿਵ ਜੀ ਦਾ ਨਾਮ ਨੀਲਕੰਠ ਪੈ ਗਿਆ। ਬ੍ਰਹਮਾ ਨੇ 10 ਲੱਖ ਵਰੇ ਦੇਵੀ ਦੀ ਉਪਾਸਨਾ ਕੀਤੀ। ਦੇਵੀ ਨੇ ਪ੍ਰਗਟ ਹੋ ਕੇ ਕਿਹਾ, ਅਕਾਲ ਪੁਰਖ ਦਾ ਚਿੰਤਨ ਕਰ। ਫਿਰ ਇਸਨੇ 10 ਲੱਖ ਸਾਲ ਅਕਾਲ ਪੁਰਖ ਦਾ
ਸਿਮਰਨ ਕੀਤਾ ਤਾਂ ਇਸ ਵਿੱਚ ਸ੍ਰਿਸ਼ਟੀ ਰਚਣ ਦੀ ਤਾਕਤ ਹੋਈ। ਇੰਦਰ ਵੀ ਨਾਮ ਦੇ ਮਹਾਤਮ ਨੂੰ ਕਹਿੰਦਾ ਹੈ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦੇ ਸੱਚੇ ਨਾਮ ਨੂੰ ਸਰਵਣ ਕੀਤਾ ਹੈ, ਉਹ ਭਾਵੇਂ ਮੰਦੇ ਪਾਪੀ ਸਨ, ਸੰਸਾਰ ਵਿੱਚ ਮੁਖੀ ਸਲਾਹੁਣ ਯੋਗ ਹੋ ਗਏ। ਸੁਣੀ ਐ ਜੋਗ ਜੁਗਤ ਤਨ ਭੇਦ, ਵਾਹਿਗੁਰੂ ਦਾ ਭਜਨ ਕਰਕੇ ਸਰੀਰ ਵਿੱਚ 72 ਕਰੋੜ 72 ਲੱਖ 10,220 ਨਾੜੀਆਂ ਹਨ। ਸਰੀਰ ਦੇ ਇਸ ਭੇਤ ਨੂੰ ਜਾਣ ਲਈਦਾ ਹੈ। ਸੁਣੀਏ ਸ਼ਾਸਤ ਸਿਮਰਤ ਵੇਦ, 6 ਸ਼ਾਸਤਰ 27 ਸਿਮਰਤੀਆਂ 4 ਵੇਦਾਂ ਦਾ ਸੁਣਨ ਕਰਕੇ ਗਿਆਨ ਹੋ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੀ ਐ ਦੁਖ ਪਾਪ ਕਾ ਨਾਸ। ਨਾਮ ਦੀ ਮਹਿਮਾ ਨੂੰ ਸੁਣ ਕੇ ਸਾਰੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਵਾਹਿਗੁਰੂ ਦੇ ਭਗਤਾਂ ਦਾ ਹਿਰਦਾ ਸਦਾ ਹੀ ਖਿੜਿਆ ਰਹਿੰਦਾ ਹੈ। ਸੁਣੀ ਐ ਸਤ ਸੰਤੋਖ ਗਿਆਨ, ਸੁਣੀ ਐ 68 ਕਾ ਇਸ਼ਨਾਨ। ਵਾਹਿਗੁਰੂ ਨੂੰ ਸੁਣ ਕੇ, ਅਕਾਲ ਪੁਰਖ ਦੀ ਮਹਿਮਾ ਨੂੰ ਸੁਣ ਕੇ ਸਤ ਸੰਤੋਖ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਤ ਰੱਖਣ ਵਾਲੇ ਭ੍ਰਿਗੂ ਰਿਖੀ, ਬਲ ਰਾਜਾ ਹਰੀ ਚੰਦ ਅਤੇ ਪ੍ਰਿਥੂ ਰਾਜਾ ਆਦਿਕ ਹੋਏ ਹਨ। ਸੰਤੋਖ ਰੱਖਣ ਵਾਲੇ ਚੁਣਖ ਰਿਖੀ ਅਤੇ ਗਿਆਨਵਾਨ ਵਸਿਸ਼ਟ ਮੁਨੀ ਵਰਗੇ ਹੋਏ ਹਨ। ਨਾਮ ਦੀ ਮਹਿਮਾ ਨੂੰ ਸਰਵਣ ਕਰਕੇ 68 ਤੀਰਥਾਂ ਦੇ ਇਸ਼ਨਾਨ ਦੀ ਇੱਛਾ ਕਰੇ ਤਾਂ ਤੀਰਥ ਕਿਸੇ ਰੂਪ ਵਿੱਚ ਆ ਕੇ ਆਪ ਇਸ਼ਨਾਨ ਕਰਾਉਂਦੇ ਹਨ। ਸਿਮਰਨ ਕਰਨ ਨਾਲ ਆਸਣ ਤੇ ਬੈਠੇ ਹੀ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸੁਣੀ ਐ ਪੜ ਪੜ ਪਾਵੇ ਮਾਨ, ਗੁਰਬਾਣੀ ਨੂੰ ਪੜ ਕੇ ਸ਼ਰਧਾ ਤੇ ਪ੍ਰੇਮ ਨਾਲ ਸੁਣ ਕੇ ਗੁਰਮੁਖ ਮਾਨ ਪ੍ਰਾਪਤ ਕਰਦੇ ਹਨ। ਸੁਣੀ ਐ ਲਾਗੇ ਸਹਿਜ ਧਿਆਨ, ਵਾਹਿਗੁਰੂ ਦੀ ਮਹਿਮਾ ਨੂੰ ਸੁਣ ਕਰਕੇ ਸਹਿਜੇ ਹੀ ਧਿਆਨ ਲੱਗ ਜਾਂਦਾ ਹੈ। ਜਦੋਂ ਚਿੱਤ ਸੁਣਨ ਵਿੱਚ ਜੁੜ ਜਾਵੇ ਤਾਂ ਧਿਆਨ ਟਿਕਾਉਣ ਨੂੰ ਦੇਰ ਨਹੀਂ ਲੱਗਦੀ। ਸਿਮਰਨ ਕਰਦਿਆਂ ਕਰਦਿਆਂ ਅੰਦਰੋਂ ਨਾਮ ਦੀ ਆਵਾਜ਼ ਸੁਣਨ ਲੱਗ ਪੈਂਦੀ ਹੈ। ਉਸ ਧੁਨੀ ਨੂੰ ਸੁਣ ਕੇ ਸ਼ਾਂਤ ਪ੍ਰਾਪਤ ਹੁੰਦੀ ਹੈ, ਸੰਤੋਖ ਪ੍ਰਾਪਤ ਹੁੰਦਾ ਹੈ, ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਭਾਈ ਗੌਂਦਾ ਜੀ ਨੇ 7ਵੇਂ ਗੁਰੂ ਜੀ ਦਾ ਬਚਨ ਕੀਰਤਪੁਰ ਸਾਹਿਬ ਤੋਂ ਮੰਨ ਕੇ ਕਾਬਲ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਉਪਦੇਸ਼ ਕੀਤਾ ਤੇ ਉੱਥੇ ਸਮਾਧੀ ਲੱਗ ਜਾਂਦੀ ਆਪ ਜੀ ਦੀ ਕਈ ਘੰਟੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀ ਐ ਦੁਖ ਪਾਪ ਕਾ ਨਾਸ। ਭਗਤਾਂ ਦਾ ਹਿਰਦਾ ਸਦਾ ਹੀ ਖਿੜਿਆ ਰਹਿੰਦਾ ਹੈ। ਵਾਹਿਗੁਰੂ ਜੀ ਦੀ ਕਥਾ ਇਤਿਹਾਸ ਗੁਰਬਾਣੀ ਨੂੰ ਸੁਣ ਕੇ ਦੁੱਖਾਂ ਤੇ ਪਾਪਾਂ ਦਾ ਨਾਸ ਖਾਤਮਾ ਹੋ ਜਾਂਦਾ ਹੈ। ਸੁਣੀ ਐ ਸਰਾ ਗੁਣਾ ਕੇ ਗਾ, ਸੁਣੀ ਐ ਸ਼ੇਖ ਪੀਰ ਪਾਤਸ਼ਾਹ। ਅਕਾਲ ਪੁਰਖ ਦੀ ਮਹਿਮਾ ਨੂੰ ਸੁਣ ਕੇ ਪ੍ਰੇਮੀ ਜਨ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਦਮਨ ਕਰ ਲੈਂਦੇ ਹਨ। ਸੁਣ ਕੇ ਸ਼ੇਖਾਂ ਪੀਰਾਂ
ਬਾਦਸ਼ਾਹਾਂ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਸ਼ੇਖ ਫਰੀਦ ਉਸ ਦੇ ਮੁਰਸ਼ਿਦ ਸ਼ਾਹ ਸਰਫ, ਰਾਏ ਬੁਲਾਰ, ਇਹ ਸਾਰੇ ਵਾਹਿਗੁਰੂ ਦੀ ਮਹਿਮਾ ਨੂੰ ਸਰਵਣ ਕਰਕੇ ਏਡੇ ਵੱਡੇ ਮਰਾਤਬੇ ਤੇ ਪਹੁੰਚੇ। ਸੁਣੀ ਐ ਅੱਧੇ ਪਾਵੇ ਰਾਹ, ਵਾਹਿਗੁਰੂ ਦੀ ਮਹਿਮਾ ਨੂੰ ਸੁਣ ਕੇ ਅਗਿਆਨੀ ਅੰਧੇ ਪੁਰਸ਼ ਜੋ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ, ਤਰਲੋਕੀ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਕਰ ਲੈਂਦੇ ਹਨ। ਗਾਵਤੇ ਉਧਰੇ, ਸੁਨਤੇ ਉਧਰੇ, ਬਿਨ ਸੇ ਪਾਪ ਕਨੇਰੇ, ਪਸ਼ੂ ਪਰੇਦ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ। ਦੇ ਵਾਕ ਅਨਸਾਰ ਅੰਧੇ ਇਹ ਨਾ ਆਖੀਆਂ, ਜਿਨ ਮੁਖ ਲੋਇਣ ਨਾਏ, ਅੰਧੇ ਸਈ ਨਾਨਕਾ ਖਸਮੁ ਕੁੱਥੇ ਜਾਏ। ਸੁਣੀ ਐ ਹਾਥ ਹੋਵੇ ਅਸਗਾਹੋ, ਡੂੰਘੇ ਦਰਿਆ ਵੀ ਹੱਥ ਭਰ ਹੋ ਜਾਂਦੇ ਹਨ। ਜਿਵੇਂ ਮਹਾਰਾਜ ਰਣਜੀਤ ਸਿੰਘ ਜੀ ਨੇ ਅਟਕ ਦਰਿਆ ਨੂੰ ਅਰਦਾਸ ਕਰਕੇ ਪਾਰ ਕੀਤਾ, ਤੇ ਜਿਸ ਵੇਲੇ ਹਰੀ ਸਿੰਘ ਨਲੂਆ ਜੀ ਸ਼ਹੀਦ ਹੋ ਗਏ ਸਨ, ਉਹਨਾਂ ਨੂੰ ਮਦਦ ਪਹੁੰਚਾਉਣ ਵਾਸਤੇ ਫੌਜ ਤਿਆਰ ਕਰਕੇ ਜੰਗ ਵਾਸਤੇ ਚੜ੍ਹ ਪਏ ਸੀ। ਉਸ ਵੇਲੇ ਦੀ ਫੋਟੋ ਰਾਜਾ ਨਰਿੰਦਰ ਨਾਥ ਦੇ ਖਾਨਦਾਨ ਵਿੱਚ ਦਸਤੀ ਫੋਟੋ ਹਾਜ਼ਰ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੀ ਐ ਦੁਖ ਪਾਪ ਕਾ ਨਾਸ। ਨਾਏ ਸੁਣੀਏ ਮਨ ਰਹਿਸੀਏ, ਨਾਮੇ ਸ਼ਾਂਤ ਆਈ। ਨਾਏ ਸੁਣੀਏ ਮਨ ਤ੍ਰਿਪਤੀਏ, ਸਭ ਦੁੱਖ ਗਵਾਈ। ਨਾਏ ਸੁਣੀਏ ਨਉ ਉਪਜੇ, ਨਾਮੇ ਵਡਿਆਈ। ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਈ। ਗੁਰਮੁਖ ਨਾਮ ਧਿਆਈਏ, ਨਾਨਕ ਲਿਵ ਲਾਈ। ਦੇ ਵਾਕ ਅਨਸਾਰ ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਗੁਰੂ ਕਾ ਹੁਕਮ ਮੰਨਣ ਵਾਲਿਆਂ ਨੂੰ ਜੋ ਪ੍ਰਾਪਤੀ ਹੁੰਦੀ ਹੈ, ਉਹ ਕਹੀ ਨਹੀਂ ਜਾ ਸਕਦੀ। ਜੇ ਕੋਈ ਮੰਨਣ ਵਾਲੇ ਦੇ ਉਲਟ ਚੱਲੇ, ਉਸ ਨੂੰ ਪਿੱਛੋਂ ਪਛਤਾਉਣਾ ਪਵੇਗਾ। ਕਾਗਦ ਕਲਮ ਨ ਲਿਖਣ ਹਾਰ, ਜੇ ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ, ਸੱਤਾਂ ਹੀ ਸਮੁੰਦਰਾਂ ਦੀ ਸਿਆਹੀ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਏ, ਹਵਾ ਜਸ ਲਿਖਦੀ ਹੋਵੇ, ਤਾਂ ਵੀ ਤੇਰੀ ਉਸਤਤ ਲਿਖਣ ਵਿੱਚ ਨਹੀਂ ਆ ਸਕਦੀ। ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨਰਾਏ। ਬਸੁੱਧਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨ ਜਾਏ। ਮੰਨੇ ਕਾ ਵਹਿ ਕਰਨ ਵਿਚਾਰ, ਜਿਨ੍ਹਾਂ ਦੀਆਂ ਅੰਦਰੋਂ ਬਾਸ਼ਨਾਵਾਂ ਮੁੱਕ ਗਈਆਂ, ਬੈਠ ਗਈਆਂ ਹਨ, ਉਹਨਾਂ ਦੀ ਸਾਰੀ ਹਲਚਲ ਖੜ ਗਈ, ਜੀਵਨ ਸੋਨਾ ਹੋ ਗਿਆ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਅਤੇ ਜਿਨ੍ਹਾਂ ਦਾ ਚਿੱਤ ਇਸਤਤ ਹੋ ਗਿਆ ਹੈ, ਉਹ ਗੁਰਮੁਖ ਸੰਗਤ ਵਿੱਚ ਮਿਲ ਕੇ ਮਨਨ ਦਾ ਵਿਚਾਰ ਕਰਦੇ ਹਨ। ਐਸਾ ਨਾਮ ਨਿਰੰਜਨ ਹੋਏ, ਮਲ ਮਾਇਆ ਤੋਂ ਰਹਿਤ। ਪਰਮੇਸ਼ਰ ਵਾਹਿਗੁਰੂ ਦਾ ਨਾਮ ਐਸਾ ਹੈ, ਜੇ ਕੋ ਮਨ ਜਾਣੇ ਮਨ ਕੋਏ। ਜੇ ਕੋਈ ਐਸੇ ਨਾਮ ਨੂੰ ਮਨ ਵਿੱਚ ਵਸਾ ਲਵੇ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।
ਵਾਹਿਗੁਰੂ ਜੀ ਦੀ ਸਿਫਤ ਨੂੰ ਸੁਣ ਕੇ ਮੰਨ ਕੇ ਮਨ ਅਤੇ ਬੁੱਧੀ ਨੂੰ ਗਿਆਨ ਹੋ ਜਾਂਦਾ ਹੈ। ਨਾਏ ਮੰਨੀਏ ਦੁਰਮਤ ਗਈ ਮਤ ਪ੍ਰਗਟੀ ਆਇਆ। ਪਰਮੇਸ਼ਰ ਦੇ ਨਾਮ ਦਾ ਮਨਨ ਕਰਕੇ ਸਾਰੇ ਬ੍ਰਹਮ ਹੀ ਦਿਖਾਈ ਦਿੰਦਾ ਹੈ। 14 ਭਵਨਾਂ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਮੰਨੈ ਮੂੰਹ ਚੋਟਾਂ ਨਾ ਖਾਏ। ਨਾਮ ਨੂੰ ਮੰਨਣ ਵਾਲਾ ਮੂੰਹ ਤੇ ਜਮਾਂ ਦੀਆਂ ਚੋਟਾਂ, ਲੋਕਾਂ ਦੀਆਂ ਤਰਕਾਂ ਲਾਣ ਤਾਂ ਨਹੀਂ ਖਾਂਦਾ, ਮੋਹ ਦੀਆਂ ਚੋਟਾਂ ਨਹੀਂ ਖਾਂਦਾ। ਨਾਏ ਮੰਨੀਏ ਭਵਜਲ ਲੰਘੀਏ ਫਿਰ ਵਿਘਨ ਨਾ ਹੋਈ। ਮੰਨੇ ਜਮ ਕੇ ਸਾਥ ਨਾ ਜਾਏ। ਵਾਹਿਗੁਰੂ ਦੇ ਨਾਮ ਨੂੰ ਮੰਨਣ ਵਾਲੇ ਜਮਾਂ ਦੇ ਸਾਥ ਨਹੀਂ ਜਾਂਦੇ। ਅਜਾਮਲ ਵਰਗੇ ਪਾਪੀਆਂ ਨੂੰ ਜਦੋਂ ਉਹਨਾਂ ਨੇ ਪਰਮੇਸ਼ਰ ਦਾ ਨਾਮ ਭਾਵੇਂ ਪੁੱਤਰ ਹੇਤ ਨਰੈਣ ਕਿਹੋ, ਜਮ ਕੰਕਰ ਮਾਰ ਬਦਾਰੀ, ਇਸ ਤਰ੍ਹਾਂ ਲਿਆ ਜਮ ਛੱਡ ਗਏ ਤੇ ਦੇਵਤੇ ਸੱਚਖੰਡ ਲੈ ਗਏ। ਅਜਾਮਲ ਕੋ ਅੰਤ ਕਾਲ में नारायण सुध आई। ਅੰਤ ਸਮੇਂ ਗਨਕਾਂ ਵੀ ਗਈ ਬੈਕੁੰਠ ਬਵਾਨ ਚੜ। ਨਰਕੇ ਵਿੱਚ ਨਾ ਖਾਧੋਸ ਗੋਤਾ। ਜਾ ਕੇ ਸਿਮਰੇ ਅਜਾਮਲ ਉਧਰਿਓ ਗਨਕਾਂ ਹੂੰ ਗਤ ਪਾਈ। ਹਰ ਕੋ ਨਾਮ ਸਦਾ ਸੁਖਦਾਈ। ऐसा नाम निरंजन होए जे को मन जाने मन कोए। ऐसा अकाल पुरख ਦਾ ਨਾਮ ਆ ਜੇ ਕੋਈ ਮਨ ਵਿੱਚ ਸ਼ਰਧਾ ਧਾਰ ਕੇ ਮੰਨਨ ਕਰ ਲਵੇ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜੇ ਗੁਰਮੁਖ ਨਾਮ ਜਪਦੇ ਹਨ ਉਹਨਾਂ ਨੂੰ ਪਰਲੋਕ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਕਰਮ ਕਾਂਡੀਆਂ ਦੇ ਪੁੰਨ ਜਮ ਲੁੱਟ ਕੇ ਲੈ ਜਾਂਦੇ ਹਨ। ਗੁਰਮੁਖ ਇੱਜ਼ਤ ਸਹਿਤ ਇਹ ਲੋਕ ਤੇ ਪਰਲੋਕ ਵਿੱਚ ਸੁਖ ਪ੍ਰਾਪਤ ਕਰਦੇ ਹਨ ਤੇ ਪ੍ਰਗਟ ਹੋ ਜਾਂਦੇ ਹਨ। ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਇਸੀ। ਮੰਨੇ ਮਗ ਨਾ ਚੱਲੇ ਪੰਥ। ਮੰਨਣ ਵਾਲੇ ਗੁਰਮੁਖ ਪਗਡੰਡੀਆਂ ਤੇ ਨਹੀਂ ਪੈਂਦੇ, ਭਾਵ ਕਰਮ ਕਾਂਡਾਂ ਵਿੱਚ ਨਹੀਂ ਫਸਦੇ। ਗੁਰਮਤ ਨੂੰ ਅਪਣਾ ਕੇ ਇਸ ਰਸਤੇ ਤੇ ਚੱਲਦੇ ਹਨ। ਗੁਰਮੁਖ ਗਾਡੀ ਰਾਹੋ ਚਲਾਇਆ। ਨਾਮੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖ ਹਰ ਵਕਤ ਪਰਮਾਰਥ ਦੇ ਪ੍ਰੇਮ ਰੂਪ ਰਸਤੇ ਵਿੱਚ ਪ੍ਰੇਮਾ ਭਗਤੀ ਸਹਿਤ ਚੱਲਦਾ ਹੈ। ਮੰਨੇ ਧਰਮ ਸੇਤੀ ਸੰਬੰਧ। ਗੁਰਮੁਖਾਂ ਦਾ ਧਰਮ ਨਾਲ ਸੰਬੰਧ ਹੁੰਦਾ ਹੈ। ਸਤਿਗੁਰੂ ਜੀ ਦੇ ਬਖਸ਼ੇ ਹੋਏ ਪੰਜਾਂ ਕਕਾਰਾਂ ਦੀ ਰਹਿਤ ਵਾਲੇ ਧਰਮ ਦੇ ਨਾਲ ਐਸਾ ਪੱਕਾ ਸੰਬੰਧ ਹੋ ਜਾਂਦਾ ਹੈ। ਫਿਰ ਸਰੀਰ ਭਾਵੇਂ ਨਾਸ ਹੋ ਜਾਵੇ, ਧਰਮ ਨਾਲੋਂ ਸੰਬੰਧ ਨਹੀਂ ਟੁੱਟਦਾ। ਆਪਣੇ ਸਿੱਖ ਦਾ ਸਿਦਕ ਸਤਿਗੁਰੂ ਜੀ ਆਪ ਕਾਇਮ ਰੱਖਦੇ ਹਨ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਐਸਾ ਮਾਇਆ ਮਲ ਤੋਂ ਰਹਿਤ ਅਕਾਲ ਪੁਰਖ ਦਾ ਨਾਮ ਹੈ ਜੇ ਕੋਈ ਮਨ ਵਿੱਚ ਸ਼ਰਧਾ ਭਰੋਸਾ ਧਾਰ ਕੇ ਵਸਾ ਲਵੇ। ਮੰਨੈ ਪਾਵੈ ਮੋਖ ਦੁਆਰ। ਗੁਰਮੁਖ ਮੁਕਤੀ ਪਾ ਲੈਂਦੇ ਹਨ। ਆਵਾ ਗਵਨ ਤੋਂ ਰਹਿਤ ਹੋ ਜਾਂਦੇ ਹਨ। ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੇ ਉਪਦੇਸ਼। ਮੁਕਤੀ ਦੇ ਸਾਧ ਸੰਗਤ ਜੀ 4 ਦਰਵਾਜ਼ੇ ਹਨ। ਮਨ ਦੀਆਂ ਬਾਸ਼ਨਾਵਾਂ ਫੁਰਨੇ ਤਰੰਗ ਰੋਕਣੇ। ਦੂਜਾ ਸੰਤੋਖ। ਤੀਸਰਾ ਸਤ ਸੰਗਤ। ਚੌਥਾ ਬ੍ਰਹਮ ਗਿਆਨ। ਮੰਨੇ ਪਰਵਾਰੇ ਸਾਧਾਰ।
ਵਾਹਿਗੁਰੂ ਦੀ ਭਗਤੀ ਕਰਨ ਵਾਲੇ ਆਪ ਵੀ ਤਰਦੇ ਹਨ, ਆਪਣੇ ਪਰਿਵਾਰ ਦਾ ਵੀ ਉਧਾਰ ਕਰ ਲੈਂਦੇ ਹਨ। ਸਭ ਪਰਿਵਾਰ ਚੜਾਇਆ ਬੇੜੇ, ਜਿਵੇਂ ਜਹਾਜ਼ ਹੁੰਦਾ ਹੈ, ਭਾਵੇਂ ਸਾਰਾ ਪਿੰਡ ਚੜ ਜਾਵੇ ਤੇ ਉਹ ਸਭ ਨੂੰ ਕੰਢੇ ਤੇ ਲਾ ਦਿੰਦਾ ਸਮੁੰਦਰੀ ਜਹਾਜ਼। ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨ ਭਿਖ। ਮੰਨਣ ਵਾਲਾ ਆਪ ਵੀ ਤਰਦਾ ਹੈ, ਹੋਰਨਾਂ ਨੂੰ ਵੀ ਤਾਰ ਲੈਂਦਾ ਹੈ। ਉਸ ਨੂੰ ਦਰ ਦਰ ਤੇ ਭਿਖਿਆ ਨਹੀਂ ਮੰਗਣੀ ਪੈਂਦੀ, ਇੱਕ ਗੁਰੂ ਨਾਨਕ ਦਾ ਬਣ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਅਕਾਲ ਪੁਰਖ ਦਾ ਨਾਮ ਹੈ, ਮਾਇਆ ਮਲ ਤੋਂ ਰਹਿਤ, ਜੇ ਕੋਈ ਜਾਣ ਕੇ ਮਨ ਵਿੱਚ ਵਸਾ ਲਵੇ। ਪੰਜ ਪ੍ਰਵਾਨ ਸ੍ਰੇਸ਼ਟ ਜੋ ਸੰਤ ਭਗਤ ਗੁਰਮੁਖ ਹਨ, ਉਹ ਇਸ ਲੋਕ ਵਿੱਚ ਪ੍ਰਵਾਨ ਹਨ। ਪੰਜ ਪ੍ਰਧਾਨ ਉਹ ਸ੍ਰੇਸ਼ਟ ਗੁਰਮੁਖ ਸੰਤ ਭਗਤ ਪ੍ਰਧਾਨ ਰੂਪ ਹਨ, ਮੁਖੀ ਹਨ। ਪੰਚੇ ਪਾਵੇ ਦਰਗਹਿ ਮਾਨ, ਸ੍ਰੇਸ਼ਟ ਗੁਰਮੁਖ ਭਗਤ ਜੋ ਹਨ, ਜੇ ਕਿਤੇ ਧਰਮ ਰਾਜੇ ਦੀ ਦਰਗਾਹ ਜਾਂ ਸਵਰਗ ਲੋਕ ਵਿੱਚ ਚਲੇ ਜਾਣ ਤਾਂ ਉੱਥੇ ਵੀ ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਨਾਨਕ ਧਰਮ ਐਸੇ ਚਵੇ, ਕੀਤੋ ਭਵਨ ਪੁਨੀਤ। ਰੇ ਰੇ ਦਰਗਹਿ ਕਹੇ ਨ ਕੋਊ, ਆਓ ਬੈਠ ਆਦਰ ਸਭ ਦੇਉ। ਆਓ ਬੈਠ ਆਦਰ ਸਭ ਦੇਉ। ਜਨਕ ਰਾਜੇ ਦੀ ਤਰ੍ਹਾਂ ਨਰਕ ਵੀ ਖਾਲੀ ਕਰਾ ਦਿੰਦੇ ਹਨ ਮਹਾਪੁਰਖ। ਪੰਚੇ ਸੋਹੇ ਦਰ ਰਾਜਾਨ, ਸੰਤ ਭਗਤ ਜਨ ਬੈਕੁੰਠ ਵਿੱਚ ਵੀ ਚਲੇ ਜਾਣ ਤਾਂ ਉੱਥੇ ਵੀ ਰਾਜਾ ਰੂਪ ਹੋ ਕੇ ਸੋਭਦੇ ਹਨ। ਪੰਚਾਂ ਕਾ ਗੁਰ ਏਕ ਧਿਆਨ, ਉਹ ਜੋ ਸ੍ਰੇਸ਼ਟ ਮਹਾਪੁਰਖ ਹਨ, ਉਹਨਾਂ ਦਾ ਹਰ ਵਕਤ ਧਿਆਨ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਜੇਤਾ ਪੇਖਣ ਤੇਤਾ ਧਿਆਨ, ਵਾਕ ਅਨੁਸਾਰ। ਪੰਚੇ ਪਾਵੇ ਦਰਗਹਿ ਮਾਨ, ਗੁਰਮੁਖ ਪੰਜਾਂ ਤੱਤਾਂ ਦੀ ਧਾਰਨਾ ਕਰਕੇ ਦਰਗਾਹ ਵਿੱਚ ਆਦਰ ਪਾਉਂਦੇ ਹਨ। ਆਕਾਸ਼ ਵਾਂਗ ਨਿਰਖੋਭ ਹੋ ਜਾਂਦੇ ਹਨ। ਪਾਣੀ ਦੀ ਤਰ੍ਹਾਂ ਹੋਰਨਾਂ ਦੀ ਮੈਲ ਲਾ ਕੇ ਵੀ ਆਪ ਉਜਲ ਰਹਿੰਦੇ ਹਨ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਦ ਨ ਲਾਗੇ ਜਲਾ। ਗੁਰਮੁਖ ਬ੍ਰਹਮ ਗਿਆਨੀ ਜਲ ਵਾਂਗ ਨਿਰਮਲ ਤੋਂ ਨਿਰਮਲ ਰਹਿੰਦੇ ਹਨ। ਧਰਤੀ ਦੀ ਨਿਆਈ ਖਿਮਾ ਧਾਰ ਕੇ ਰੱਖਦੇ ਹਨ। ਬ੍ਰਹਮ ਗਿਆਨੀ ਕੇ ਧੀਰਜ ਏਕ, ਜਿਉ ਬਸੁੱਧਾ ਕੋ ਖੋਦੇ ਕੋ ਚੰਦਨ ਲੇਪ। ਅਗਨੀ ਦੀ ਨਿਆਈ ਗੁਰਮੁਖ ਪ੍ਰਕਾਸ਼ ਸਹਿਤ ਰਹਿੰਦੇ ਹਨ। ਪਾਉਣ ਦੀ ਨਿਆਈ ਨਿਰਲੇਪਤਾ ਤੇ ਸਮਾਨਤਾ ਧਾਰਦੇ ਹਨ। ਵਾਹਿਗੁਰੂ ਦੀ ਦਰਗਾਹ ਸੱਚਖੰਡ ਵਿੱਚ ਸਤਿਕਾਰ ਪਾਉਂਦੇ ਹਨ। ਪੰਚੇ ਸੋਹਰ ਦਰ ਰਾਜਾਨ, ਸੰਤ ਭਗਤ ਗੁਰਸਿੱਖ ਬ੍ਰਹਮ ਗਿਆਨੀ ਸ਼ਬਦ ਸਪਰਸ ਰੂਪ ਰਸ ਗੰਧ ਆਦਿ ਵਿਸ਼ਿਆਂ ਦਾ ਤਿਆਗ ਕਰਕੇ ਸੰਸਾਰ ਵਿੱਚ ਰਾਜਾ ਰੂਪ ਹੋ ਕੇ ਸੋਭਨੀਕ ਹੋ ਜਾਂਦੇ ਹਨ। ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ, ਨਾਮ ਰਤੇ ਪਾਤਸ਼ਾਹ। ਪੰਚਾਂ ਕਾ ਗੁਰ ਏਕ ਧਿਆਨ, ਗੁਰਮੁਖ ਪਿਆਰੇ ਪੰਜੇ ਗਿਆਨ ਇੰਦਰੀਆਂ ਦੇ ਗੁਰੂ ਇੱਕ ਮਨ ਨੂੰ ਹਰ ਵਕਤ ਰੋਕਣ ਤੇ ਧਿਆਨ ਵਿੱਚ ਲਗਾ ਕੇ ਰੱਖਦੇ ਹਨ। ਇੱਕ ਵਾਹਿਗੁਰੂ ਦੇ ਵਿੱਚ ਜੁੜੇ ਰਹਿੰਦੇ ਹਨ।
ਗੁਰਮੁਖ ਪਿਆਰੇ, ਜੋ ਸਭ ਦੇ ਅੰਦਰ ਚੇਤਨਾ ਸੱਤਾ ਦੇਣ ਵਾਲਾ ਵਾਹਿਗੁਰੂ ਹੈ, ਉਸੇ ਦੇ ਇੱਕ ਧਿਆਨ ਵਿੱਚ ਹਰ ਵਕਤ ਜੁੜੇ ਰਹਿੰਦੇ ਹਨ। ਜੇ ਕੋ ਕਹੇ ਕਰੇ ਵਿਚਾਰ, ਜੇ ਕੋਈ ਹੰਕਾਰ ਵਿੱਚ ਕਹੇ ਕਿ ਮੈਂ ਪਰਮੇਸ਼ਰ ਦਾ ਨਿਰਣਾ ਕਰ ਸਕਦਾ ਹਾਂ, ਕਰਤੇ ਕੇ ਕਰਨੇ ਨਾਹੀ ਸੁਮਾਰ। ਉਹ ਕਰਤੇ ਪੁਰਖ ਦੇ ਕੀਤੇ ਹੋਏ ਕਰਤੱਵਾਂ ਦੀ ਗਿਣਤੀ ਨਹੀਂ ਆ ਸਕਦੀ। ਸਿੱਧਾਂ ਨੇ ਕਿਹਾ, ਵੇਖੋ ਗੁਰੂ ਜੀ, 84 ਲੱਖ ਜੂਨ ਹੈ, 50 ਕਰੋੜ ਯੋਜਨ ਧਰਤੀ ਹੈ, ਤੇ ਧੌਲੇ ਬੌਲਦ ਨੇ ਧਰਤੀ ਚੁੱਕੀ ਹੋਈ ਹੈ। ਧਵਲੇ ਉੱਪਰ ਕੇਤਾ ਭਾਰ। ਪਰ ਗੁਰੂ ਸਾਹਿਬ ਜੀ ਨੇ ਕਿਹਾ, ਧਰਮ ਰੂਪੀ ਧੌਲਾ ਦਇਆ ਰੂਪ ਗਊ ਦਾ ਇਹ ਪੁੱਤਰ ਹੈ, ਜਿੱਥੇ ਸੰਤੋਖ ਦੁਆਰਾ ਸਾਰੀ ਦੁਨੀਆ ਦੀ ਮਰਿਆਦਾ ਨੂੰ ਥਾਪ ਕੇ ਇਸਤਤ ਕਰਕੇ ਰੱਖਿਆ ਹੋਇਆ ਹੈ। ਜੀ ਜਾਤ ਰੰਗਾਂ ਕੇ ਨਾਮ, ਕਿਤਨੀਆਂ ਜਾਤੀਆਂ ਹਨ, ਇੱਕ ਇੱਕ ਜਾਤ ਵਿੱਚ ਕਿਤਨੇ ਕਿਤਨੇ ਜੀਵ ਹਨ, ਕਿੰਨੇ ਕਿੰਨੇ ਰੰਗ ਹਨ, ਅਤੇ ਕਿੰਨੇ ਕਿੰਨੇ ਉਹਨਾਂ ਦੇ ਨਾਮ ਹਨ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ। ਸਭਨਾ ਲਿਖਿਆ ਬੁੜੀ ਕਲਾਮ। ਜਿੰਨੀ ਦੇਰ ਜਿਉਣਾ ਹੈ, ਦੁੱਖ ਤੇ ਸੁੱਖ, ਨਰਾਦਰੀ ਤੇ ਵਡਿਆਈ, ਸਭਨਾ ਦੇ ਮੱਥੇ ਤੇ ਹੁਕਮ ਰੂਪੀ ਕਲਮ ਵਗੀ ਹੋਈ ਹੈ। ਕਰੀ ਲੋ ਕਲਮ ਲਿਖਿਓ ਲੇਖ ਮਾਥਨ, ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਇਹੋ ਲੇਖਾ ਲਿਖ ਜਾਣੇ ਕੋਏ। ਇਹ ਪਰਾਰਬਤ ਰੂਪ ਲਿਖੇ ਹੋਏ ਲੇਖੇ ਨੂੰ ਜੇ ਕੋਈ ਜਾਣਦਾ ਹੈ ਤਾਂ ਦੱਸੋ। ਲੇਖਾ ਲਿਖਿਆ ਕੀਤਾ ਹੋਏ, ਇਹ ਜੋ ਲੇਖਾ ਜੀਵਾਂ ਦੇ ਮੱਥੇ ਤੇ ਲਿਖਿਆ ਹੋਇਆ ਹੈ, ਸਾਰਾ ਕਿਤਨਾ ਕੁ ਹੋਇਆ, ਭਾਵ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਨਹੀਂ ਜਾਣਦਾ। ਕੇਤਾ ਤਾਣ ਸਵਾਲਿਓ ਰੂਪ, ਅਕਾਲ ਪੁਰਖ ਵਿੱਚ ਕਿਤਨਾ ਬਲ ਹੈ ਅਤੇ ਕਿਤਨੀ ਕੁ ਸੁੰਦਰਤਾਈ ਹੈ, ਆਕਾਰ ਕਿਤਨਾ ਕੁ ਹੈ, ਬਲ ਕਿਤਨਾ ਕੁ ਹੈ, ਉਸ ਦੇ ਸਰੂਪ ਦੀ ਸਿਫਤ ਕੋਈ ਨਹੀਂ ਕਰ ਸਕਦਾ। ਕੇਤੀ ਦਾਤ ਜਾਣੇ ਕੌਣ ਕੂਤ, ਕੂਤ ਕਹਿੰਦੇ ਹਨ ਰੋਜੀ ਨੂੰ। ਉਹ ਪਰਮੇਸ਼ਰ ਕਿਤਨੀ ਕੁ ਦਾਤ ਦਿੰਦਾ ਹੈ, ਉਸ ਦੀਆਂ ਦਾਤਾਂ ਨੂੰ ਗਿਣਤੀ ਨੂੰ ਕੌਣ ਕਰ ਸਕਦਾ ਹੈ, ਦਾਤਾਂ ਨੂੰ ਕੌਣ ਗਾ ਸਕਦਾ ਹੈ। ਕੀਤਾ ਪਸਾਓ ਏਕੋ ਕਵਾਓ, ਇੱਕ ਫੁਰਨੇ ਨਾਲ ਕਰਤੇ ਨੇ ਸਾਰਾ ਪਸਾਰਾ ਕੀਤਾ ਹੈ। ਇੱਕੋ ਮਾਇਆ ਰੂਪੀ ਪੋਸ਼ਾਕ ਦੇ ਨਾਲ ਹੀ ਈਸ਼ਰ ਰੂਪ ਹੋ ਕੇ ਸਾਰਾ ਪਸਾਰਾ ਰਚਿਆ ਹੈ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਜਿਵੇਂ ਦਰਿਆ ਵਿੱਚ ਲਹਿਰਾਂ ਹੁੰਦੀਆਂ ਹਨ, ਤਿਵੇਂ ਤਿਸ ਦੇ ਫੁਰਨੇ ਤੋਂ ਲੱਖਾਂ ਬ੍ਰਹਿਮੰਡ ਹੋਏ ਹਨ। ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਕੁਦਰਤ ਕਵਣ ਕਹਾ ਵਿਚਾਰ, ਵਾਹਿਗੁਰੂ ਦੀ ਸ਼ਕਤੀ ਦਾ ਕਿਹੜਾ ਵਿਚਾਰ ਦੱਸੀਏ। ਸਾਡੇ ਵਿੱਚ ਕਿਹੜੀ ਸ਼ਕਤੀ ਹੈ ਜੋ ਅਸੀਂ ਉਸ ਦੇ ਵਿਚਾਰ ਨੂੰ ਕਹੀਏ। ਗੁਰੂ ਜੀ ਕਹਿੰਦੇ ਹਨ, ਵਾਰਿਆ ਨਾ ਜਾਵਾ ਏਕ ਵਾਰ। ਵਾਹਿਗੁਰੂ ਦਾ ਕਿਸੇ ਤੋਂ ਵਰਣਨ ਨਹੀਂ ਕੀਤਾ ਜਾ ਸਕਦਾ। ਕਿੱਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆਂ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ,
ਜੋ ਤੁਧ ਭਾਵੇ ਸਾਈ ਭਲੀ ਕਾਰ, ਜੋ ਆਪ ਜੀ ਨੂੰ ਕਿਰਤ ਭਾਉਂਦੀ ਹੈ ਉਹੋ ਹੀ ਕਰਨੀ ਚੰਗੀ ਹੈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੇ ਮਨ ਭਾਈ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਸਾਈ ਗੱਲ ਚੰਗੀ ਜੀ ਭਾਵੇ ਕਰਤਾਰ ਜਿਹੜੀ। ਅਸੰਖ ਜਪ, ਅਣਗਿਣਤ ਹੀ ਜਪ ਕਰਨ ਵਾਲੇ ਪ੍ਰੇਮੀ ਹਨ। ਅਸੰਖ ਭਾਉ, ਅਣਗਿਣਤ ਪ੍ਰਕਾਰ ਦੇ ਪ੍ਰੇਮੀ ਹਨ। ਚੰਦ ਚਕੋਰ ਪ੍ਰੀਤ ਹੈ ਲਾਇਤਾਰ ਨਿਹਾਲੇ, ਜਿਉ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੇ, ਬੂੰਦ ਵਿਹੂਣਾ ਚਾਤਰਕੋ ਕਿਉ ਕਰ ਤ੍ਰਿਪਤਾਵੇ। ਅਸੰਖ ਪੂਜਾ, ਅਨੇਕ ਪ੍ਰਕਾਰ ਦੀ ਪੂਜਾ ਕਰਨ ਵਾਲੇ ਲੋਕ ਹਨ। ਅਸੰਖ ਤਪਤਾਓ, ਅਣਗਿਣਤ ਪ੍ਰਕਾਰ ਦਾ ਤਪ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਤਪੀਆਂ ਨੂੰ ਗੁਰੂ ਕਾ ਲੰਗਰ ਛਕਾ ਕੇ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ ਦੇ ਵਾਕ ਅਨੁਸਾਰ ਬਖਸ਼ਿਸ਼ਾਂ ਕੀਤੀਆਂ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਣਗਿਣਤ ਪ੍ਰਕਾਰ ਦੀਆਂ ਵਿਧੀਆਂ ਹਨ। ਅਣਗਿਣਤ ਹੀ ਪ੍ਰੇਮੀ ਮੁਖੋਂ ਗ੍ਰੰਥਾਂ ਦਾ ਪਾਠ ਕਰਨ ਵਾਲੇ ਵਿਦਵਾਨ ਹਨ। ਅਸੰਖ ਜੋਗ ਮਨ ਰਹੇ ਉਦਾਸ, ਅਨੇਕ ਪ੍ਰਕਾਰ ਦਾ ਯੋਗ ਹੈ। ਅਣਗਿਣਤ ਹੀ ਮਨ ਵਿੱਚ ਯੋਗ ਨੂੰ ਧਾਰ ਕੇ ਸੰਸਾਰ ਤੋਂ ਉਪਰਾਮ ਰਹਿੰਦੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਣਗਿਣਤ ਪ੍ਰਕਾਰ ਦੇ ਭਗਤ ਹਨ। ਅਣਗਿਣਤ ਪ੍ਰਕਾਰ ਦੇ ਗੁਣ, ਸਤ ਸੰਤੋਖ ਦਇਆ ਧਰਮ ਵਿਚਾਰ ਵੈਰਾਗ ਵਿਵੇਕ ਸਰਵਣ ਮਨਨ ਕਰਨਾ ਸ਼ਰਧਾ ਸਹਿਨਸ਼ੀਲਤਾ ਆਦਿਕ ਹਨ। ਅਣਗਿਣਤ ਹੀ ਗਿਆਨ ਦਾ ਕਥਨ ਕਰਨ ਵਾਲੇ ਹਨ। ਅਣਗਿਣਤ ਹੀ ਵਿਚਾਰਨ ਵਾਲੇ ਗਿਆਨਵਾਨ ਪੁਰਖ ਹਨ। ਚਾਰ ਪ੍ਰਕਾਰ ਦੇ ਭਗਤ ਹੁੰਦੇ ਹਨ। ਕਿਸੇ ਕਾਮਨਾ ਨੂੰ ਲੈ ਕੇ ਭਗਤੀ ਕਰਨੀ, ਜਿਵੇਂ ਸਾਧ ਸੰਗਤ ਜੀ ਧਰੂ ਨੇ ਰਾਜ ਪ੍ਰਾਪਤ ਕਰਨ ਵਾਸਤੇ ਭਗਤੀ ਕੀਤੀ ਸੀ। 26,000 ਸਾਲ ਰਾਜ ਕੀਤਾ ਸੀ, ਫਿਰ ਵੀ ਅਮਰ। ਜਿਵੇਂ ਪ੍ਰਹਿਲਾਦ ਭਗਤ ਜੀ ਨੇ ਦੁੱਖ ਵੇਲੇ ਵਾਹਿਗੁਰੂ ਜੀ ਨੂੰ ਯਾਦ ਕੀਤਾ। ਤੀਸਰੇ ਅਨੰਨ ਭਗਤੀ, ਜਿਵੇਂ ਨਾਮਦੇਵ ਜੀ, ਪਿੰਡ ਭਰੇ ਤੋਂ ਪ੍ਰੀਤ ਨ ਤੋਰੋ। ਚੌਥੀ ਜਿਵੇਂ ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਕਹੋ ਨਾਨਕ ਕਿਰਪਾ ਭਈ, ਭਗਤ ਇਆਨੀ ਸੋਏ। ਅਸੰਖ ਸਤੀ ਅਸੰਖ ਦਾਤਾਰ, ਅਣਗਿਣਤ ਪ੍ਰਕਾਰ ਦੇ ਸਤ ਰੱਖਣ ਵਾਲੀਆਂ ਅਣਗਿਣਤ ਹੀ ਸਤੀਆਂ ਹਨ। ਜੋ ਮਾਤਾ ਪਿਤਾ ਨੇ ਪਤੀ ਦਿੱਤਾ, ਤਿਸ ਦੀ ਸੇਵਾ ਪਰਮੇਸ਼ਰ ਰੂਪ ਜਾਣ ਕੇ ਕਰਦੀਆਂ ਹਨ। ਜੋ ਤਨ ਕਰਕੇ ਕੁਕਰਮਾਂ ਤੋਂ ਬਚੀਆਂ ਹੋਈਆਂ ਹਨ। ਚਾਰ ਪ੍ਰਕਾਰ ਦੇ ਦਾਤੇ ਹਨ, ਜੋ ਮਨ ਕਰਕੇ ਸੰਤੋਖੀ ਹੁੰਦੇ ਹਨ। ਦਾਨ ਦੇ ਕੇ ਇੱਛਾ ਨਹੀਂ ਰੱਖਦੇ, ਇਉਂ ਜਾਣ ਕੇ ਦਾਨ ਦਿੰਦੇ ਹਨ ਕਿ ਵਾਹਿਗੁਰੂ ਦਾ ਹੀ ਸਭ ਕੁਝ ਦਿੱਤਾ ਹੋਇਆ ਹੈ। ਦੂਜੇ ਦਾਤੇ ਉਹ ਹਨ ਜੋ ਸੋਚਦੇ ਹਨ ਇੰਨਾ ਪਦਾਰਥ ਦੇ ਦਿੱਤਾ ਹੈ, ਇੰਨਾ ਹੋਰ ਦੇਣਾ ਹੈ। ਜਿਵੇਂ ਹਰੀ ਚੰਦ ਰਾਜਾ 18 ਭਾਰ ਸੋਨੇ ਦੇ ਹਰ ਰੋਜ਼ ਦਾਨ ਕਰਦਾ ਸੀ। ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨ ਪਾਏ ਅਭੇਵੈ। ਆਪ ਭੁਲਾਏ ਆਪ ਮਤ ਦੇਵੈ, ਦੇ ਦੇ ਮੰਗੇ ਸਹਸਾ ਗੂਣਾ। ਇਹ ਤੀਜੇ ਜੋ ਦਾਨ ਕਰਕੇ ਹਜ਼ਾਰਾਂ ਗੁਣਾ ਫਲ ਮੰਗਦੇ ਹਨ। ਥੇਲੀ ਦੇ ਕੇ ਹਵੇਲੀ, ਗੰਢਾ ਦੇ ਕੇ ਸੰਢਾ, ਸੇਵਾ ਥੋੜੀ ਮੰਗਨ ਬਹੁਤਾ।
ਜਿਵੇਂ ਇੱਕ ਮਾਈ ਨੇ ਆੜਨ ਦੀ ਚੋਰੀ ਕਰਕੇ, ਲੋਹੇ ਦੀ ਆੜਨ ਦੀ ਚੋਰੀ ਕਰਕੇ ਸੂਈ ਦਾਨ ਕਰਦੀ, ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਵੇਖਦੀ ਕਿੱਧਰੋਂ ਆਉਣ ਬਵਾਨ, ਸੋਭ ਕਰੇ ਸੰਸਾਰ। ਚੌਥੇ ਜੋ ਦਾਨ ਕਰਕੇ ਸੋਭਾ ਚਾਹੁੰਦੇ ਹਨ, ਵਾਹਿਗੁਰੂ ਅਕਿਰਤ ਘਣਾ ਨੂੰ ਪਾਲਦਾ, ਪ੍ਰਭ ਨਾਨਕ ਸਦ ਬਖਸੰਦ। ਅਸੰਖ ਸੂਰ ਮੋਹ ਭਖਸਾਰ, ਅਣਗਿਣਤ ਹੀ ਸੂਰਮੇ, ਦੁਸ਼ਮਣ ਦੇ ਸਨਮੁਖ ਹੋ ਕੇ ਲੋਹੇ ਦੇ ਸ਼ਸਤਰਾਂ ਨੂੰ ਮੂੰਹ ਤੇ ਖਾਂਦੇ ਹਨ, ਭਾਵ ਸਹਾਰਦੇ ਹਨ। ਵੀਰ ਅਪਾਰ ਬੜੇ ਬਰਿਆਰ, ਅਵਚਾਰੇ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤ ਨਹੀਂ ਚਕਚਾਰ ਲਵਈਆ। ਸਾਹਿਬ ਸ੍ਰੀ ਸਭ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਅਸੰਖ ਮੋਨ ਲਿਵ ਲਾਏ ਤਾਰ, ਅਣਗਿਣਤ ਹੀ ਮੋਨੀ ਹਨ। ਮੋਨ ਅਣਗਿਣਤ ਪ੍ਰਕਾਰ ਦਾ ਹੈ। ਗੁੰਗ ਮੋਨ, ਜਿਹੜਾ ਪਹਿਲਾਂ ਬਚਪਨ ਤੋਂ ਜਾਂ ਬਿਮਾਰੀ ਪੈਣ ਤੋਂ ਗੂੰਗਾ ਹੋਵੇ, ਉਹਨੂੰ ਗੁੰਗ ਮੋਨੀ ਕਹਿੰਦੇ ਆ। ਦੂਸਰਾ ਜੜ ਮੋਨੀ, ਮੂਰਖਤਾ ਕਰਕੇ ਚੁੱਪ ਰਹਿਣਾ, ਚਤਰ ਪੁਰਸ਼ਾਂ ਅੱਗੇ ਕੋਈ ਗੱਲ ਨਾ ਆਉਣੀ। ਤੀਸਰਾ ਕਾਸ਼ਟ ਮੋਨ, ਲੱਕੜ ਵਾਂਗ ਹੱਠ ਕਰਕੇ ਮੌਨ ਰੱਖਣਾ, ਜਿਵੇਂ ਕਿਸੇ ਸਾਧਨ ਸਿਲੇ ਇਤਿਆਦਿਕ ਨੂੰ ਕੱਢਣ ਵਾਸਤੇ ਮੌਨ ਧਾਰਨਾ। ਚੌਥਾ ਅਸਲੀ ਹੈ ਗਿਆਨ ਮੌਨ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਨੰਦ ਵਿੱਚ ਚੁੱਪ ਰਹਿਣਾ। ਹੰਗਤਾ ਮਮਤਾ ਪੰਜਾਂ ਕੋਸਾਂ ਦੇ ਅਭਿਮਾਨ ਤੋਂ, ਤਿੰਨ ਦੇਹਾਂ ਦੇ ਅਭਿਮਾਨ ਤੋਂ ਰਹਿਤ ਹੋਣਾ। ਸਾਰਿਆਂ ਵਿੱਚ ਵਾਹਿਗੁਰੂ ਨੂੰ ਪੂਰਨ ਜਾਣ ਕੇ ਦਰਸ਼ਨ ਕਰਨੇ, ਇਸ ਤਰ੍ਹਾਂ ਮਨ ਦੇ ਸੰਕਲਪ ਮਿਟ ਜਾਂਦੇ ਹਨ। ਇਸ ਦਾ ਨਾਮ ਗਿਆਨ ਮੋਨ ਹੈ। ਮਨ ਤੇ ਵਿਸਰਿਓ ਸਗਲਾ ਧੰਦਾ, ਗੁਰ ਕੀ ਚਰਣੀ ਲਾਏ। ਕੁਦਰਤ ਕਵਣ ਕਹਾ ਵਿਚਾਰ, ਅਕਾਲ ਪੁਰਖ ਦੀ ਸ਼ਕਤੀ ਦਾ ਵਿਚਾਰ ਕੀਤਾ ਨਹੀਂ ਜਾ ਸਕਦਾ। ਵਾਰਿਆ ਨ ਜਾਵਾ ਏਕ ਵਾਰ, ਵਾਹਿਗੁਰੂ ਦੇ ਪਵਿੱਤਰ ਜਸ ਦਾ ਇੱਕ ਰੋਮ ਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਜੋ ਤੁਧ ਭਾਵੇ ਸਾਈ ਭਲੀ ਕਾਰ, ਜੋ ਪਰਮੇਸ਼ਰ ਨੂੰ ਭਾਉਂਦਾ ਹੈ ਉਹੋ ਹੀ ਅੱਛਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰੰਕਾਰ ਤੂੰ ਸਦਾ ਭਾਵ ਤਿੰਨਾਂ ਕਾਲਾਂ ਵਿੱਚ ਸਲਾਮਤ ਸਥਿਤ ਰੂਪ ਹੈ। ਅਸੰਖ ਮੂਰਖ ਅੰਧ ਘੋਰ, ਅਣਗਿਣਤ ਹੀ ਐਸੇ ਲੋਕ ਹਨ ਜਿਹੜੇ ਬਾਣੀ ਕਰਕੇ ਬੋਲਣ ਵਿੱਚ ਮੂਰਖ ਹਨ। ਘੋਰ ਭਿਆਨਕ ਕਠੋਰ ਫਿੱਕਾ ਬੋਲਦੇ ਹਨ। ਅੰਧ, ਜਿਹੜੇ ਮਨ ਕਰਕੇ ਅੰਧੇ ਅਗਿਆਨੀ ਹਨ। ਮੂਰਖ ਅੰਧ ਘੋਰ, ਜਿਸ ਨੂੰ ਅਕਲ ਦੇਈਏ ਉਹ ਲਵੇ ਨਾ, ਸਗੋਂ ਐ ਕਹੇ ਵੀ ਤੁਹਾਡੀ ਪੂੰਛ ਫੜ ਕੇ ਅਸੀਂ ਪਾਰ ਹੋ ਜਾਵਾਂਗੇ। ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਨੂੰ ਜਪਿਆ ਹੈ, ਉਹਨਾਂ ਦੇ ਮੂੰਹ ਆਦਿਕ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਲਿਆ ਹੈ। ਭਾਵ ਬਹੁਤਾ ਨਹੀਂ ਬੋਲਦੇ, ਨਿੰਦਿਆ ਨਹੀਂ ਕਰਦੇ, ਝਗੜੇ ਨਹੀਂ ਕਰਦੇ, ਸਭ ਕੁਝ ਨਹੀਂ ਖਾਂਦੇ। ਖਾਣਾ ਪੀਣਾ ਮਤਲਬ ਉਹਨਾਂ ਦਾ ਸ਼ੁੱਧ ਹੋ ਜਾਂਦਾ ਹੈ, ਪਰਹੇਜ਼ ਰੱਖਦੇ ਹਨ। ਉਹ ਗੁਰਮੁਖ ਧਰਮ ਤੋਂ ਉਲਟ ਨਖਿੱਧ ਚੀਜ਼ਾਂ ਮੂੰਹ ਕਰਕੇ ਨਹੀਂ ਖਾਂਦੇ, ਸੰਜਮ ਦਾ ਖਾਂਦੇ ਹਨ। ਅਲਪ ਆਹਾਰ ਸੁਲਫਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤਿ ਪਾਏ।
ਐਸੇ ਗੁਰਮੁਖ ਜਵਾਨ ਨਾਲ ਨਿੰਦਿਆ ਨਹੀਂ ਕਰਦੇ, ਨੇਤਰਾਂ ਨਾਲ ਪਰ ਤਿਰਿਆ ਰੂਪ ਨ ਪੇਖੇ ਨੇਤਰ, ਬਗਾਨਾ ਰੂਪ ਨਹੀਂ ਦੇਖਦੇ, ਹੱਥਾਂ ਨਾਲ ਕੁਕਰਮ ਨਹੀਂ ਕਰਦੇ, ਪੈਰਾਂ ਨਾਲ ਕੁਸੰਗਤ ਵਿੱਚ ਚੱਲ ਕੇ ਨਹੀਂ ਜਾਂਦੇ, ਅੰਤਰ ਗੁਰ ਅਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ। ਦੇ ਵਾਕ ਅਨੁਸਾਰ ਇਸ ਸਿੱਖਿਆ ਨੂੰ ਧਾਰਨ ਕਰ ਲੈਂਦੇ ਹਨ। ਅਸੰਖ ਚੋਰ ਹਰਾਮ ਖੋਰ, ਅਣਗਿਣਤ ਹੀ ਲੋਕ ਚੋਰੀ ਕਰਨ ਵਾਲੇ ਹਨ। ਧਨ ਦੇ ਚੋਰ ਜੋ ਕਿਸੇ ਦਾ ਧਨ ਚੋਰੀ ਚੁੱਕਦੇ ਹਨ। ਕਈ ਕੋਟ ਪਰ ਦਰਬ ਕੋ ਹਿਰੇ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਚੋਰ ਕੀ ਹਾਮਾ ਭਰੇ ਨ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੇ ਤੇਰੇ ਨਾਲ ਖੁਦਾਈ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨ ਜਾਣੀਆਂ। ਮਨ ਦੇ ਚੋਰ ਜਿਹੜੇ ਗੁਨਾਹ ਕਰਕੇ ਅੰਦਰ ਲੁਕਾ ਕੇ ਰੱਖਦੇ ਹਨ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੇ ਦੁਰਾਏ। ਪ੍ਰਗਟ ਭੈ ਨਿਧਾਨ ਸਭ, ਜਬ ਪੁੱਛੇ ਧਰਮ ਰਾਏ। ਭਜਨ ਸਿਮਰਨ ਵੱਲੋਂ ਚੋਰ ਜਿਹੜੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਉਹ ਵੀ ਚੋਰ ਹਨ। ਤੇ ਤਸਕਰ ਜੋ ਨਾਮ ਨ ਲੇਵੇ, ਵਾਸੇ ਕੋਟ ਪਚਾਸਾ। ਨਾਮ ਦਰਾਏ ਚਲੇ ਸੇ ਚੋਰ, ਕਵਿਤਾ ਦੇ ਚੋਰ ਦੂਜੇ ਦੀ ਕਵਿਤਾ ਤੇ ਆਪਣਾ ਨਾਂ ਪਾਉਣਾ। ਕੱਚੀ ਕਵਿਤਾ ਲਿਖ ਕੇ ਵਿੱਚ ਗੁਰੂ ਨਾਨਕ ਦਾ ਨਾਮ ਪਾ ਦੇਣਾ, ਸੰਗਤਾਂ ਨੂੰ ਭੁਲੇਖੇ ਪਾ ਦੇਣਾ। ਤੇ ਇਹ ਚਾਰ ਕਿਸਮ ਦੇ ਚੋਰ ਹਨ। ਹਰਾਮਖੋਰ ਅਣਗਿਣਤ ਹੀ ਧਰਮ ਤੋਂ ਵਿਰੁੱਧ ਨਖਿੱਧ ਚੀਜ਼ਾਂ ਖਾਣ ਵਾਲੇ, ਜਿਵੇਂ ਸੂਰ, ਕੁੱਕੜ, ਗਊ, ਭੇਡੂ, ਮੁਰਗੇ, ਸ਼ਰਾਬ ਪੀਣਾ, ਸਭ ਹਰਾਮਖੋਰੀਆਂ ਕਰਨੀਆਂ। ਕੂੜ ਬੋਲ ਮਰਦਾਰ ਖਾਏ, ਐਸੇ ਹਨ। ਵੇਦੀਨਾ ਕੀ ਦੋਸਤੀ, ਵੇਦੀਨਾ ਕਾ ਖਾਣ। ਅਣਗਿਣਤ ਹੀ ਚੋਰ ਚੋਰੀ, ਠੱਗੀ, ਬਲੈਕ, ਝੂਠ ਬੋਲ ਕੇ ਵੱਢੀ ਲੈ ਕੇ ਧਰਮ ਦੇ ਵਿਰੁੱਧ ਹਰਾਮ ਖਾਂਦੇ ਹਨ। ਅਸੰਖ ਅਮਰ ਕਰ ਜਾਏ ਜੋਰ, ਅਣਗਿਣਤ ਹੀ ਐਸੇ ਜ਼ਾਲਮ ਹਨ ਜੋ ਤਾਕਤ ਬਲ ਨਾਲ ਜ਼ਬਰਦਸਤੀ ਹੁਕਮ ਕਰਕੇ ਪਰਲੋਕ ਨੂੰ ਚਲੇ ਜਾਂਦੇ ਹਨ। ਜਿਵੇਂ ਹਰਨਾਕਸ਼, ਕੌਰੂ, ਕੰਸ ਆਦਿਕ ਹੋਏ ਹਨ। ਜਿਵੇਂ ਰਾਵਣ ਨੇ ਦੇਵਤਿਆਂ ਨੂੰ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਸੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਅਸੰਖ ਗਲਵਡ ਹੱਤਿਆ ਕਮਾਏ, ਅਣਗਿਣਤ ਹੀ ਐਸੇ ਹਨ ਜੋ ਅਠਿਆਨੀ ਲੈ ਕੇ ਬੱਕਰੇ ਵੱਢ ਕੇ ਸਿਰੀਆਂ ਲਈ ਜਾਂਦੇ ਹਨ। ਪਸ਼ੂਆਂ ਦੇ ਠੇਕੇ ਲੈ ਕੇ ਗਲ ਹੀ ਵੱਢੀ ਜਾਂਦੇ ਹਨ। ਇਸ ਪ੍ਰਕਾਰ ਪਾਪ ਕਮਾਉਂਦੇ ਹਨ। ਅਣਗਿਣਤ ਹੀ ਐਸੇ ਹਨ, ਜੇ ਕੋਈ ਨੇਕੀ ਦੀ ਗੱਲ ਕਹੇ ਤਾਂ ਉਸ ਵਿੱਚੋਂ ਹੀ ਉਸ ਗੱਲ ਨੂੰ ਵੱਢ ਦਿੰਦੇ ਹਨ। ਉਸ ਦੀ ਗੱਲ ਮੰਨਣੀ ਹੀ ਨਹੀਂ। ਸੰਤ ਕਾ ਨਿੰਦਕ ਮਹਾ ਹਤਿਆਰਾ, ਅਸੰਖ ਪਾਪੀ ਪਾਪ ਕਰ ਜਾਏ। ਅਣਗਿਣਤ ਹੀ ਐਸੇ ਲੋਕ ਹਨ ਜਿਹੜੇ ਪਾਪ ਕਰਕੇ ਪਾਪੀ ਨਰਕਾਂ ਨੂੰ ਜਾਂਦੇ ਹਨ। ਉਹ ਹਰ ਵਕਤ ਪਾਪ, ਔਗਣ, ਕੁਕਰਮ ਹੀ ਕਰਦੇ ਹਨ। ਬਾਈਬਲ ਵਿੱਚ 7 ਪਾਪ ਦੱਸੇ ਹਨ। ਹੰਕਾਰ, ਵਿਵਚਾਰ, ਈਰਖਾ, ਕ੍ਰੋਧ, ਲੋਭ, ਜੀਵ ਰਸ, ਆਲਸ। ਗੁਰਮਤਿ ਵਿੱਚ ਵਾਹਿਗੁਰੂ ਤੋਂ ਜੋ ਬੇਮੁਖ, ਸ਼ੁਭ ਉਦਮ ਦਾ ਤਿਆਗ, ਦਿਲ ਦਿਖਾਉਣਾ, ਇਹ ਵੱਡੇ ਪਾਪ ਮੰਨੇ ਹਨ। ਰਹਿਤ ਨਾਮੇ ਅਨੁਸਾਰ ਕੇਸ ਕੱਟਣੇ, ਵਿਵਚਾਰ, ਤਮਾਕੂ, ਮਾਸ ਖਾਣਾ, ਸ਼ਰਾਬ, ਇਹ ਮਹਾ ਪਾਪ ਹਨ। ਝੂਠ ਬੋਲਣ ਦੇ ਬਰਾਬਰ ਕੋਈ ਪਾਪ ਨਹੀਂ। ਝੂਠ ਮਾਰੇ ਜਾਂ ਝੂਠ ਮਾਰੇ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ।
ਅਸੰਖ ਮਲੇਸ਼ ਮਲ ਭਖ ਖਾਏ। ਮਲੇਸ਼ ਪਾਪੀ ਪਚਿਆ ਭਿਆ ਨਿਰਾਸ। ਕਰਮਾਂ ਦੇ ਕਰਨੇ ਕਰਕੇ ਵੀ ਨਾਮ ਪੈਂਦਾ ਹੈ, ਜਿਵੇਂ ਚੰਦੂ, ਚੰਡਾਲ, ਝੂਠਾ ਨੰਦ ਆਦਿਕ ਚੰਡਾਲਾਂ ਦੀ ਗਿਣਤੀ ਵਿੱਚ ਹਨ। ਅਣਗਿਣਤ ਹੀ ਮੈਲ ਖਾਣ ਵਾਲੇ ਕੁੱਕੜ ਤੇ ਮੱਛੀਆਂ ਆਦਿਕ ਨੂੰ ਖਾਂਦੇ ਹਨ। ਜਿਨ੍ਹਾਂ ਨੇ ਮੱਛੀ ਖਾ ਲਈ ਉਸਨੇ ਸਾਰਿਆਂ ਦਾ ਮਾਸ ਖਾ ਲਿਆ, ਸਾਰੇ ਪਾਪ ਖਾ ਲਏ। ਕੋੜੀਆਂ ਦੇ ਮਾਸ ਨੂੰ ਵੀ ਮੱਛੀਆਂ ਖਾ ਜਾਂਦੀਆਂ ਹਨ। ਕੁੱਕੜ ਸਾਰਿਆਂ ਦੀ ਮੈਲ ਨੂੰ ਖਾਣ ਵਾਲਾ ਹੈ। ਕੁੱਕੜ ਦੇ ਸਾਹਮਣੇ ਨੱਕ ਵਿੱਚੋਂ ਰੇਸ਼ਾ ਕੱਢ ਕੇ ਸੁੱਟ ਦੇਵੋ, ਉਸੇ ਵੇਲੇ ਖਾ ਜਾਂਦਾ ਹੈ। ਅਤੇ ਸੂਰ ਤਾਂ ਪਿੰਡ ਦੀਆਂ ਨਿਆਈਆਂ ਦਾ ਗੰਦਮੰਦ ਖਾ ਕੇ ਸਾਫ਼ ਕਰਦਾ ਰਹਿੰਦਾ ਹੈ। ਅਸੰਖਾਂ ਹੀ ਇਹਨਾਂ ਮੈਲ ਖਾਣਿਆਂ ਨੂੰ ਖਾਣਾ ਖਾਣ ਵਾਲੇ ਹਨ। ਅਸੰਖ ਨਿੰਦਕ ਸਿਰ ਕਰੇ ਭਾਰ। ਅਣਗਿਣਤ ਹੀ ਐਸੇ ਪੁਰਖ ਹਨ ਜੋ ਹਰ ਵਕਤ ਸਿਰ ਉੱਪਰ ਨਿੰਦਿਆ ਦਾ ਭਾਰ ਚੁੱਕੀ ਫਿਰਦੇ ਹਨ। ਚੋਰ, ਜਾਰ, ਜੁਆਰ ਤੇ ਬੁਰਾ, ਅਣਹੋਂਦਾ ਭਾਰ ਨਿੰਦਕ ਸਿਰ ਧਰਾ। ਨਿੰਦਿਆ ਕਰਨੇ ਕਰਕੇ ਦੂਜਿਆਂ ਦਾ ਭਾਰ ਆਪਣੇ ਸਿਰ ਲਈ ਜਾਣਾ। ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ। ਨਿੰਦਕ ਆਪ ਵੀ ਦੁੱਖ ਭੋਗਦੇ ਹਨ ਅਤੇ ਕੁੱਲਾਂ ਨੂੰ ਵੀ ਦੁੱਖ ਭੁਗਤਾਉਂਦੇ ਹਨ। ਮਦਰਾ ਦਹਿਤਾ ਸਪਤ ਕੁਲ, ਭਾਂਗ ਦਹੇ ਤਨ ਏਕ। ਜਗਤ ਝੂਠ ਸਤ ਕੁਲ ਦਹੇ, ਨਿੰਦਾ ਦਹੇ ਅਨੇਕ। ਸ਼ਰਾਬ ਪੀਣ ਵਾਲੇ ਦੀ ਕੁੱਲ ਨਾਸ ਹੋ ਜਾਂਦੀ ਹੈ। ਭੰਗ ਪੀਣ ਵਾਲੇ ਦਾ ਸਰੀਰ ਨਕਾਰਾ ਹੋ ਜਾਂਦਾ ਹੈ। ਤੰਬਾਕੂ ਪੀਣ ਵਾਲੇ ਦੀਆਂ ਕੁੱਲਾਂ ਨਰਕ ਨੂੰ ਜਾਂਦੀਆਂ ਹਨ। ਨਿੰਦਾ ਕਰਨ ਵਾਲੇ ਦੀਆਂ ਅਣਗਿਣਤ ਕੁੱਲਾਂ ਨਰਕ ਵਿੱਚ ਚਲੀਆਂ ਜਾਂਦੀਆਂ ਹਨ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਜਿਵੇਂ ਚੰਦੂ, ਪਿਰਥੀਆ, ਸੁਲਹੀ, ਜਹਾਂਗੀਰ ਬਾਦਸ਼ਾਹ ਕੋਲ ਪੰਜਵੇਂ ਪਾਤਸ਼ਾਹ ਜੀ ਦੀ ਨਿੰਦਿਆ ਹੀ ਕਰਦੇ ਰਹਿੰਦੇ ਸੀ। ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮੈਂ ਜਲਾਵੇ। ਅਣਗਿਣਤ ਹੀ ਨਿੰਦਕਾਂ ਨੂੰ ਨਰਕ ਵਿੱਚ ਸਿਰ ਪਰਨੇ ਟੰਗ ਦਿੱਤਾ ਜਾਂਦਾ ਹੈ। ਮਾਤਾ ਦੇ ਗਰਭ ਵਿੱਚ ਬਾਰ-ਬਾਰ ਸਿਰ ਭਾਰ ਕੀਤਾ ਜਾਂਦਾ ਹੈ। ਜਨਮ ਮੌਤ, ਜਨਮ ਮੌਤ। ਮੁਖ ਤਲੇ ਪੈਰ ਉੱਪਰੇ ਵਸੰਦੜੋ, ਕੋਹਥੜੇ ਥਾਏ। ਨਿੰਦਕ ਮਾਰੇ ਤਤਕਾਲ, ਖਿਨ ਟਿਕਣ ਨ ਦਿੱਤੇ। ਨਾਨਕ ਨੀਚ ਕਹੇ ਵਿਚਾਰ, ਜੋ ਨੀਚ ਕਰਮ ਕਰਨੇ ਵਾਲੇ ਹਨ, ਇਹ ਉਹਨਾਂ ਦੀ ਸਤਿਗੁਰੂ ਜੀ ਨੇ ਵਿਚਾਰ ਕਰੀ ਹੈ। ਵਾਰਿਆ ਨਾ ਜਾਵਾ ਏਕ ਵਾਰ, ਸਾਖਤ ਪੁਰਸ਼ਾਂ ਨੂੰ ਰੋਕਣ ਵਾਸਤੇ ਕਾਹਨੂੰ ਜਾਣਾ ਹੈ। ਇੱਕ ਵਾਰੀ ਵੀ ਨਹੀਂ ਕਹਿਣ ਤੋਂ ਰੁਕਦੇ। ਨਿੰਦਕ ਸੋ ਜੋ ਨਿੰਦਾ ਹੋਰੇ, ਭਾਣੇ ਵਿੱਚ ਪ੍ਰਸੰਨ ਰਹਿ ਕੇ ਇਉਂ ਕਹਿੰਦੇ ਹਨ, ਜੋ ਤੁਧ ਭਾਵੇ ਸਾਈ ਭਲੀ ਕਾਰ। ਜੋ ਵਾਹਿਗੁਰੂ ਤੈਨੂੰ ਭਾਉਂਦੀ ਹੈ, ਉਹ ਹੀ ਸਭ ਤੋਂ ਸ੍ਰੇਸ਼ਟ ਭਲੀ ਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਭੁੱਲ ਚੁੱਕ ਹੋ ਗਈ ਹੋਵੇ, ਸਾਧ ਸੰਗਤ ਜੀ ਮਾਫ ਕਰਨੀ।